ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਨਿਊਜ਼ ਏਸ਼ੀਆ ਪੰਜਾਬੀ ਤੇ ਮੇਰਾ ਨਾਮ ਹੈ ਕੁਲਵੰਤ ਸਿੰਘ। ਅੱਜ ਇੱਕ ਅਜਿਹੇ ਵਿਸ਼ੇ ਦੇ ਉੱਤੇ ਗੱਲ ਕਰਨ ਲਈ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਕੋਲ ਹਾਜ਼ਰ ਹੋਏ ਹਾਂ, ਜਿਹੜਾ ਕਿ ਨਾ ਸਿਰਫ ਰੱਬ ਬਲਕਿ ਵਿਗਿਆਨ ਨੂੰ ਵੀ ਛੇੜਦਾ ਹੈ। ਰੱਬ ਇੱਕ ਵਿਸ਼ਵਾਸ ਨਹੀਂ, ਵਿਗਿਆਨ ਵੀ। ਇਹ ਇੱਕ ਵਿਸ਼ਾ ਹੈ ਸਾਡਾ ਅੱਜ ਦੇ ਚਰਚਾ ਦਾ, ਕਿਉਂਕਿ ਹਰ ਬੰਦਾ ਜਿਹੜਾ ਉਹ ਜਦੋਂ ਵੀ ਕਿਸੇ ਮੁਸੀਬਤ 'ਚ ਆਉਂਦਾ ਹੈ, ਜਦੋਂ ਖੁਸ਼ ਹੁੰਦਾ ਹੈ, ਅਤੇ ਜਦੋਂ ਕੁਛ ਉਹਨੇ ਮੰਗਣਾ ਹੁੰਦਾ ਤਾਂ ਉਹਨੇ ਰੱਬ ਦੇ ਉੱਤੇ ਨਿਰਭਰ ਹੁੰਦਾ। ਉਹ ਕਹਿੰਦਾ, ਹੇ ਰੱਬਾ ਤੇਰਾ ਸ਼ੁਕਰ ਹੈ, ਹੇ ਰੱਬਾ ਮੈਨੂੰ ਆਹ ਦੇ ਦੇ, ਹੇ ਰੱਬਾ ਮੈਨੂੰ ਬਚਾ ਲਈ। ਅਤੇ ਵਿਗਿਆਨ ਜਿਹੜਾ ਉਹ ਆਪਾਂ ਨੂੰ ਤਿੰਨਾਂ ਚੀਜ਼ਾਂ ਦੇ ਵਿੱਚ ਜਿਹੜਾ ਉਹ ਵੀ ਨਜ਼ਰ ਆਉਂਦਾ। ਇਸ ਕਹਾਵਤ ਦੇ ਕਿੰਨੀ ਕੁ ਸੱਚਾਈ ਹੈ ਅਤੇ ਕਿੰਨਾ ਕੁ ਰੱਬ ਵਿਸ਼ਵਾਸ ਨਹੀਂ ਵਿਗਿਆਨ ਦੇ ਨੇੜੇ ਹੈ, ਅੱਜ ਇਸ ਬਾਰੇ ਆਪਾਂ ਚਰਚਾ ਕਰਾਂਗੇ ਅਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਲੋਕ ਵਿਸ਼ਵਾਸ ਰੱਬ ਦੇ ਉੱਤੇ ਕਰਦੇ ਨੇ ਅਤੇ ਜਿਹੜੇ ਲੋਕ ਵਿਸ਼ਵਾਸ ਵਿਗਿਆਨ ਦੇ ਉੱਤੇ ਕਰਦੇ ਨੇ, ਯਾਨੀ ਕਿ ਜਿਹੜੇ ਤਰਕਸ਼ੀਲ ਨੇ, ਉਹਨਾਂ ਦੀਆਂ ਆਪਸ ਦੇ ਵਿੱਚ ਨੇੜਤਾ ਕਿੰਨੀ ਹੈ ਅਤੇ ਦੂਰੀ ਕਿੰਨੀ ਹੈ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਤੋਂ ਡਾਕਟਰ ਸਾਹਿਬ, ਗੁਰੂ ਨਾਨਕ ਦੇਵ ਜੀ 500-550 ਸਾਲ ਪਹਿਲੇ ਜਿਹੜੇ ਕਹਿ ਗਏ ਨੇ ਕਿ ਲੱਖ ਆਕਾਸ਼ਾਂ ਆਕਾਸ਼, ਲੱਖ ਪਤਾਲਾਂ ਪਤਾਲ। ਖੋਜਾਂ ਅੱਜ ਵੀ ਹੋ ਰਹੀਆਂ ਨੇ, ਹਾਲੇ ਵੀ ਨੇੜੇ ਨਹੀਂ ਪਹੁੰਚ ਸਕੇ ਜੋ ਗੁਰੂ ਨਾਨਕ ਦੇਵ ਜੀ ਕਹਿ ਗਏ ਨੇ। ਅਤੇ ਉਸ ਵੇਲੇ ਦਾ ਵਿਗਿਆਨ ਹਾਲੇ ਆਪਣੇ ਪੈਰਾਂ ਸਿਰ ਵੀ ਨਹੀਂ ਹੋਇਆ ਸੀ ਚੰਗੀ ਤਰ੍ਹਾਂ। ਅਤੇ ਕਹਿ ਸਕਦੇ ਹਾਂ ਕਿ ਰੱਬ ਸਿਰਾ ਵਿਸ਼ਵਾਸ ਨਹੀਂ, ਵਿਗਿਆਨ ਵੀ ਹੈਗਾ ਨਾਲ। ਕੁਲਵੰਤ ਜੀ ਦੇ ਤੁਸੀਂ ਦੋ ਤਿੰਨ ਸ਼ਬਦ ਵਰਤੇ ਨਾ, ਬੜੇ ਮਤਲਬ ਇਹ ਉਹ ਸ਼ਬਦ ਨੇ ਜਿਹੜੇ ਕਿ ਜਿਹਦੇ ਪ੍ਰਤੀ ਹਰ ਵਿਅਕਤੀ ਸੋਚਦਾ। ਛੋਟੇ ਜਿਹੇ ਬੱਚੇ ਤੋਂ ਸੋਚਣਾ ਸ਼ੁਰੂ ਕਰਦਾ ਅਤੇ ਮਰਨ ਤੱਕ, ਮੌਤ ਤੱਕ ਇਹ ਉਹਦੀ ਸੋਚ ਦੇ ਵਿੱਚ ਕਿਤੇ ਨਾ ਕਿਤੇ ਕੇਂਦਰ 'ਚ ਰਹਿੰਦੇ ਆ। ਜਿਸ ਤਰ੍ਹਾਂ ਤੁਸੀਂ ਲਫ਼ਜ਼ ਰੱਬ ਵਰਤਿਆ, ਹੁਣ ਰੱਬ ਲਫ਼ਜ਼ ਜਿਹੜਾ ਹੈ ਇਹ ਇੱਕ ਸ਼ਬਦ ਹੈ ਸਾਡੀ ਭਾਸ਼ਾ ਦਾ। ਡਿਫਰੈਂਟ ਭਾਸ਼ਾਵਾਂ 'ਚ ਡਿਫਰੈਂਟ ਸ਼ਬਦ ਨੇ ਇਹਦੇ, ਲੇਕਿਨ ਹਰ ਧਰਮ, ਹਰ ਗੁਰੂ ਨੇ ਕਿਹਾ ਕਿ ਹੈ ਇੱਕੋ ਹੀ ਹੈ। ਲੇਕਿਨ ਇਹਦਾ ਮਤਲਬ ਹੈ ਕਿ ਸ਼ਬਦ ਅਲੱਗ-ਅਲੱਗ ਨੇ, ਜਿਹਦੀ ਗੱਲ ਹੋ ਰਹੀ ਹੈ ਉਹ ਇੱਕੋ ਹੀ ਹੈ, ਸਭ ਦਾ ਸਾਂਝਾ ਹੀ ਹੈ। ਇੱਕ ਤਾਂ ਉਹ ਕੀ ਹੈ, ਇਹਦਾ ਮਤਲਬ ਸ਼ਬਦ ਦੇ ਵਿੱਚ ਨਾ ਜਾਈਏ, ਆਪਾਂ ਸੱਚ 'ਚ ਜਾਈਏ ਕਿ ਜਿਹੜੀ ਐਗਜ਼ਿਸਟੈਂਸ ਹੈ, ਜਿਹੜੀ ਹੋਂਦ ਹੈ, ਜਿਹਦਾ ਅਸੀਂ ਹਿੱਸਾ ਹਾਂ, ਉਹ ਚੀਜ਼ ਕੀ ਹੈ, ਸੱਚ ਕੀ ਉਹਦਾ। ਸੋ ਸੱਚ ਜਿਹੜਾ ਮਹੱਤਵਪੂਰਨ ਹੈ, ਸ਼ਬਦ ਮਹੱਤਵਪੂਰਨ ਨਹੀਂ ਹੈ। ਕਿ ਉਹ ਸ਼ਬਦ ਜਿਹੜਾ ਹੈ ਹਰ ਭਾਸ਼ਾ ਦੇ ਵਿੱਚ ਰੱਬ ਲਈ ਕਿਤੇ ਪਰਮਾਤਮਾ ਹੈ, ਕਿਤੇ ਅੱਲਾ ਹੈ, ਕਿਤੇ ਗੋਡ ਹੈ। ਤੋ ਉਹ ਹਰ ਸਭਿਅਤਾ ਨੇ ਆਪਣਾ ਇੱਕ ਸ਼ਬਦ ਕੱਢ ਲਿਆ। ਉਸ ਸ਼ਬਦ ਨੂੰ ਨਾਲ ਜੁੜਨ ਦੇ ਤਰੀਕੇ ਵੀ ਕੱਢ ਰਹੇ ਆਪਾਂ ਆਪਣੇ। ਪਰ ਲਗਭਗ ਸਾਰੇ ਜਿਹੜੇ ਵਿਗਿਆਨ ਨੇ ਉਹ ਇਸ ਗੱਲ 'ਤੇ, ਸਾਰੇ ਜਿਹੜੇ ਧਰਮ ਨੇ ਸਾਰੇ ਇੱਕ ਗੱਲ 'ਤੇ ਇੱਕਮਤ ਨੇ ਕਿ ਹੈ ਜੋ ਵੀ ਸਾਰਿਆਂ ਦਾ ਇੱਕੋ ਹੀ ਹੈ ਇੱਕੋ ਹੀ ਹੈ, ਨਾ ਹੀ ਅਲੱਗ-ਅਲੱਗ ਨੇ। ਦੂਜੀ ਗੱਲ ਜਿਹੜੀ ਤੂੰ ਕੀਤੀ ਗੁਰੂ ਸਾਹਿਬ ਦੀ, ਕਿ ਗੁਰੂ ਨੇ ਸਾਹਿਬ ਜਿਹੜਾ ਕਾਸਮੋਸ ਬਾਰੇ, ਬ੍ਰਹਿਮੰਡ ਬਾਰੇ, ਜੋ ਉਹਦੀ ਰਚਨਾ ਬਾਰੇ ਗੁਰਬਾਣੀ 'ਚ ਵਰਣਨ ਕੀਤਾ, ਉਹ ਕਮਾਲ ਦਾ ਵਰਣਨ ਹੈ ਕਿ ਜਿਹੜਾ ਆਕਾਸ਼ ਨੇ ਕਿਸ ਤਰ੍ਹਾਂ ਨੇ। ਤਾਂ ਉਹ ਇੱਕ ਵਿਗਿਆਨ ਵੀ ਇੱਕ ਖਾਸ ਥਾਂ 'ਤੇ ਹੁਣ ਪਹੁੰਚ ਚੁੱਕਾ ਹੈ। ਜਦੋਂ ਗੁਰੂ ਸਾਹਿਬ ਸੀਗੇ ਉਦੋਂ ਇੱਦਾਂ ਦਾ ਵਿਗਿਆਨ ਨਹੀਂ ਸੀਗਾ। ਉਦੋਂ ਉਹ ਜਿਹੜੀ ਸਮਝ ਸੀਗੀ ਉਹ ਸਾਰੀ ਸਾਡੀ ਧਰਮਾਂ ਦੇ ਜਿਹੜੇ ਗੁਰੂ ਸੀਗੇ, ਧਰਮ ਗੁਰੂ ਸੀਗੇ ਜਾਂ ਰਿਸ਼ੀ ਸੀਗੇ ਜਾਂ ਜਿਹੜੇ ਕੋਈ ਇੱਦਾਂ ਦੇ ਸੰਤ ਮਹਾਂਪੁਰਸ਼ ਹੁੰਦੇ ਸੀਗੇ, ਉਹ ਉਹਦੀ ਵਿਆਖਿਆ ਕਰਦੇ ਸੀਗੇ। ਉਹ ਆਪਣੀ ਜਿਹਨੂੰ ਕਹਿੰਦੇ ਆ ਅੰਦਰੂਨੀ ਭਾਵਨਾਵਾਂ ਦੇ ਸਿਰ 'ਤੇ ਆਧਾਰਿਤ ਹੁੰਦੀ ਸੀ, ਨਾ ਕਿ ਕੋਈ ਕਿਸੇ ਮਸ਼ੀਨਾਂ ਦੇ ਆਧਾਰਿਤ ਸਾਇੰਸ ਦੇ ਉੱਪਰ। ਉਹਨਾਂ ਦੀ ਜਿਹੜੀ ਅੰਦਰ ਜਾਣ ਦੀ ਸਮਰੱਥਾ ਹੁੰਦੀ ਸੀ ਉਹਨਾਂ ਗੁਰੂਆਂ ਦੀ, ਮੈਡੀਟੇਸ਼ਨ ਦੇ ਰਾਹੀਂ, ਤਾਂ ਉਹਦੇ ਰਾਹੀਂ ਜੋ ਵਿਜ਼ੂਅਲਾਈਜ਼ ਕਰਦੇ ਸੀਗੇ, ਜਾਂ ਉਹਨੂੰ ਜੋੜ ਕੇ ਦੇਖਦੇ ਸੀ, ਜੋ ਦੇਖਦੇ ਸੀ, ਤਾਂ ਉਹਦੇ 'ਚੋਂ ਇੱਕ ਉਹਨਾਂ ਦਾ ਸੰਦਰਭ ਬਣਿਆ ਜਿਹੜਾ ਕਿ ਸਾਡੀ ਸੱਭਿਅਤਾ ਨੇ ਬਹੁਤ ਪਹਿਲਾਂ ਸਮਝ ਲਿਆ ਸੀਗਾ। ਉਹਦਾ ਵਰਣਨ ਵੈਦਿਕ ਨੌਲੇਜ ਦੇ ਅੰਦਰ ਹੈ, ਜਿਹਨੂੰ ਅਸੀਂ ਉਪਨਿਸ਼ਦ ਕਹਿੰਦੇ ਹਾਂ। ਉਪਨਿਸ਼ਦਾਂ ਦੇ ਸ਼ਲੋਕ ਤੁਸੀਂ ਜਦੋਂ ਦੇਖਦੇ ਹੋ ਤਾਂ ਲਗਭਗ ਸਾਰਾ ਵਰਣਨ ਕਰਦੇ ਹਾਂ ਉਹਦਾ, ਕਿ ਕੀ ਬ੍ਰਹਿਮੰਡ ਦੀ ਰਚਨਾ ਕਿੱਦਾਂ ਦੀ ਆ। ਫਿਰ ਆਪਾਂ ਆ ਜਾਈਏ ਉਪਨਿਸ਼ਦਾਂ ਤੋਂ ਬਾਅਦ, ਅਗਰ ਉਸ ਤੋਂ ਬਾਅਦ ਕੋਈ ਇੰਪੋਰਟੈਂਟ ਮਾਈਲਸਟੋਨ ਹੈ ਤਾਂ ਉਹ ਹੈ ਬੁੱਧਿਜ਼ਮ। ਆਪਣੇ ਢੰਗ ਨਾਲ ਮਹਾਤਮਾ ਬੁੱਧ ਨੇ, ਗੌਤਮ ਬੁੱਧ ਨੇ ਆਪਣੇ ਢੰਗ ਨਾਲ, ਥੋੜ੍ਹੇ ਜਿਹੇ ਵੱਖਰੇ ਢੰਗ ਨਾਲ ਉਹਨੇ ਨੇ ਉਸੇ ਚੀਜ਼ ਦੀ ਵਿਆਖਿਆ ਕੀਤੀ। ਉਸ ਤੋਂ ਅੱਗੇ ਆ ਜਾਈਏ ਤਾਂ ਫਿਰ ਜਿਹੜੇ ਸਾਡੇ ਸਿੱਖ ਗੁਰੂਆਂ ਦੀ, ਜਿਹੜੀ 10 ਗੁਰੂਆਂ ਦੀ ਜਿਹੜੀ ਪੂਰੀ ਇੱਕ ਹਿਸਟਰੀ ਹੈ, ਇਤਿਹਾਸ ਹੈ, ਉਹਦੇ ਅੰਦਰ ਵੀ ਲਗਭਗ ਜਿਹੜਾ ਵਰਣਨ ਹੈ ਉਹ ਇਹਨਾਂ ਦੇ ਵਿੱਚ ਕਾਫੀ ਸਾਂਝ ਹੈ। ਕਿਉਂਕਿ ਗੁਰੂ ਸਾਹਿਬ ਨੂੰ ਵੀ ਵੇਦਾਂਤੀ ਕਿਹਾ ਜਾਂਦਾ ਸੀਗਾ। ਵੇਦਾਂਤ ਦਾ ਮਤਲਬ ਹੁੰਦਾ ਹੈ ਕਿ ਵੇਦਾਂ ਦਾ ਅੰਤ, ਯਾਨੀ ਕਿ ਵੇਦਾਂ ਦਾ ਸਾਰੰਸ਼, ਵੈਦਿਕ ਨੌਲੇਜ ਦਾ ਸਾਰੰਸ਼। ਤਾਂ ਇਹ ਸਾਰੇ ਦੇ ਸਾਰੇ ਕਿਤੇ ਨਾ ਕਿਤੇ ਧਾਰਮਿਕ ਜਿਹੜੇ ਸੀ, ਧਰਮ ਸੀ ਅਲੱਗ-ਅਲੱਗ, ਇਹਨਾਂ 'ਚ ਆਪਸੀ ਕਾਫੀ ਅੰਦਰੋਂ ਇੱਕੀਕਰਨ ਸੀਗਾ। ਬਾਹਰੀ ਰੂਪ ਇਹਨਾਂ ਦੇ ਅਲੱਗ-ਅਲੱਗ ਸੀਗੇ,
ਪੂਜਾ ਕਰਨ ਦੇ ਤਰੀਕੇ ਅਲੱਗ-ਅਲੱਗ ਸੀਗੇ, ਲੇਕਿਨ ਜਦੋਂ ਗਹਿਰੇ ਜਾਂਦੇ ਸੀ ਸਮਝ ਤਾਂ ਇੱਕੋ ਹੀ ਬਣਦੀ ਸੀ। ਉਹ ਹੁਣ ਸਮਝ ਜਿਹੜੀ ਹੈ ਉਹ ਚਲਦੀ ਵਿਗਿਆਨ ਨੇ ਵੀ ਫਿਰ ਉਹਦੇ ਵਿੱਚ ਜਿਹੜਾ ਇਸੇ ਫੀਲਡ 'ਚ ਕੰਮ ਕੀਤਾ। ਆਇਨਸਟਾਈਨ ਤੋਂ ਸ਼ੁਰੂ ਹੋਇਆ ਕੰਮ, ਇਹ ਸ਼ੁਰੂ ਕਹਿ ਲਓ ਜਾਂ ਆਇਨਸਟਾਈਨ 'ਤੇ ਆ ਕੇ ਦਿਖਣਾ ਸ਼ੁਰੂ ਹੋ ਗਿਆ। ਆਇਨਸਟਾਈਨ ਇੱਕ ਵਿਜ਼ੀਬਲ ਸ਼ਕਲ 'ਚ ਆ ਗਿਆ, ਜਿੱਥੇ ਆਇਨਸਟਾਈਨ ਨੇ ਆ ਕੇ ਇਸ ਗੱਲ ਨੂੰ ਚੈਲੰਜ ਕੀਤਾ ਕਿ ਪਦਾਰਥ ਜਿਹੜਾ ਹੈ ਉਹ ਮੁੱਖ ਨਹੀਂ ਹੈ, ਪ੍ਰਾਇਮਰੀ ਨਹੀਂ ਹੈ, ਪ੍ਰਾਇਮਰੀ ਊਰਜਾ ਹੈ, ਅਤੇ ਪਦਾਰਥ ਦੀ ਹੋਂਦ ਜਿਹੜੀ ਹੈ ਊਰਜਾ 'ਤੇ ਨਿਰਭਰ ਹੈ। ਉਹਨੇ ਉਹ ਫਾਰਮੂਲਾ ਵੀ ਦੇ ਦਿੱਤਾ E = mc²। ਤਾਂ ਉਹ ਜਿਹੜਾ ਸੀਗਾ ਉਹ ਕਿੰਨੀ એનર્ਜੀ ਨੂੰ ਤੋੜਿਆ, ਜੋ ਪਦਾਰਥ ਦੀ ਸ਼ਕਲ ਲਵੇ ਤਾਂ ਇੰਨਾ ਪਦਾਰਥ ਬਣਦਾ, ਕਿੰਨੇ ਪਦਾਰਥ ਨੂੰ ਤੋੜ ਕੇ એનર્ਜੀ 'ਚ ਕਨਵਰਟ ਕੀਤਾ ਤਾਂ ਕਿੰਨੀ એનર્ਜੀ ਬਣਦੀ। ਉਹਨੇ ਪੂਰੀ ਇਕੁਏਸ਼ਨ ਦੇ ਦਿੱਤੀ ਵੀ ਇੰਨਾ ਪਦਾਰਥ ਟੁੱਟੇ ਤਾਂ ਇੰਨੀ એનર્ਜੀ ਮਿਲੇਗੀ ਉਹ 'ਚੋਂ। ਤਾਂ ਉਹ ਆਇਨਸਟਾਈਨ ਤੋਂ ਫਿਰ ਇੱਕ ਸ਼ੁਰੂ ਹੋ ਗਿਆ, ਜਿਸ ਵਿਗਿਆਨ ਦਾ ਨਾਂ ਰੱਖਿਆ ਗਿਆ ਕੁਆਂਟਮ ਫਿਜ਼ਿਕਸ। ਨਿਊਟਨ ਤੱਕ ਸੀ ਜਿਹੜਾ ਉਸ ਤੋਂ ਪਹਿਲਾਂ, ਆਇਨਸਟਾਈਨ ਤੋਂ ਪਹਿਲਾਂ ਦਾ ਪੀਰੀਅਡ ਸੀ। ਆਇਨਸਟਾਈਨ ਦਾ ਪੀਰੀਅਡ ਲਗਭਗ 100 ਸਾਲ ਪਹਿਲਾਂ ਦਾ, 1920 ਦੇ ਰਾਊਂਡ ਅਬਾਊਟ। ਤਾਂ 100 ਸਾਲ ਤੋਂ ਪਹਿਲਾਂ ਜਿਹੜੀ ਫਿਜ਼ਿਕਸ ਸੀਗੀ ਉਹ ਨਿਊਟਨ ਦੀ ਫਿਜ਼ਿਕਸ ਸੀਗੀ। ਨਿਊਟਨ ਦੀ ਫਿਜ਼ਿਕਸ ਦੇ ਸਿਰ 'ਤੇ ਸਾਰਾ ਕੈਪੀਟਲਿਜ਼ਮ ਡਿਵੈਲਪ ਹੋਇਆ, ਅਤੇ ਇੰਡਸਟਰੀ ਡਿਵੈਲਪ ਹੋਈ, ਮੋਟਰ ਡਿਵੈਲਪ ਹੋਈ, ਇੰਜਨ ਡਿਵੈਲਪ ਹੋਏ, ਪਹੀਆ ਡਿਵੈਲਪ ਹੋਇਆ, ਸਾਰੇ ਲਾਜ਼ ਜੋ ਡਿਵੈਲਪ ਹੋਏ, ਜਿਹਦੇ ਸਿਰ 'ਤੇ, ਜਿਹਨੂੰ ਫਿਰ ਰਵਾਇਤੀ ਸਾਇੰਸ ਕਹਿੰਦੇ ਆ, ਜਿਹੜਾ ਸਾਡੇ ਆਲੇ ਦੁਆਲੇ ਸਾਨੂੰ ਦਿਖਦੀ ਹੈ, ਕਿ ਇਹਦੇ ਸਿਰ 'ਤੇ ਸਾਡਾ ਵਿਕਾਸ ਹੋਇਆ। ਅਸੀਂ ਆਪਣੀ ਪੈਦਾਵਾਰ ਸੌਖੇ ਢੰਗ ਨਾਲ ਕਰਨ ਲੱਗੇ, ਆਉਣ ਜਾਣ ਸਾਧਨ ਸੌਖੇ ਹੋ ਗਏ, ਕੁਛ ਜਿਹੜੇ ਆਪਸ 'ਚ ਮਿਲਣ ਗਿਲਣ ਦੇ ਸੀਗੇ, ਗੱਲਾਂ ਕਰਨ ਦੇ ਸੀ, ਉਹ ਤਰੀਕੇ ਆ ਗਏ। ਤਾਂ ਉਹ ਕਿਤੇ ਨਾ ਕਿਤੇ ਨਿਊਟਨ ਦੀ ਫਿਜ਼ਿਕਸ ਸੀਗੀ। ਤਾਂ ਫਿਰ ਆਇਨਸਟਾਈਨ ਦੀ ਫਿਜ਼ਿਕਸ ਹੋਣ ਤੋਂ ਬਾਅਦ ਉਹਨੂੰ ਅਸੀਂ ਕੁਆਂਟਮ ਫਿਜ਼ਿਕਸ ਦਾ ਨਾਮ ਦੇ ਦਿੱਤਾ। ਸੋ ਇਹ ਮਾਈਲਸਟੋਨ ਹੈ ਆਇਨਸਟਾਈਨ ਦਾ। ਉਸ ਤੋਂ ਆਇਨਸਟਾਈਨ ਦੇ ਅੱਗੇ ਫਿਰ ਲੋਕਾਂ ਨੇ ਬਹੁਤ ਕੰਮ ਕੀਤਾ ਕੁਆਂਟਮ ਫਿਜ਼ਿਕਸ 'ਤੇ। ਕੁਆਂਟਮ ਦਾ ਮਤਲਬ ਹੁੰਦਾ, ਕੁਆਂਟਾ ਮੀਨਸ ਪੈਕਟ ਆਫ ਐਨਰਜੀ, ਕਿਉਂਕਿ ਐਨਰਜੀ ਜਿਹੜੀ ਹੁੰਦੀ ਹੈ, ਪਦਾਰਥ ਅਤੇ ਊਰਜਾ 'ਚ ਕਿੱਥੇ ਫਰਕ ਹੈ? ਪਦਾਰਥ ਕਣ ਹੈ ਅਤੇ ਊਰਜਾ ਵੇਵ ਹੈ। ਪਦਾਰਥ ਰੁਕ ਜਾਂਦਾ, ਤੁਸੀਂ ਉਹਨੂੰ ਦੇਖ ਸਕਦੇ ਹੋ, ਵੇਵ ਨੂੰ ਅਸੀਂ ਦੇਖ ਨਹੀਂ ਸਕਦੇ ਕਿਉਂਕਿ ਰੁਕਦੀ ਨਹੀਂ ਹੈ ਉਹ। ਕਿਉਂਕਿ ਸਾਨੂੰ ਕਿਸੇ ਵੀ ਚੀਜ਼ ਨੂੰ ਦੇਖਣ ਵਾਸਤੇ 1/16 ਸਕਿੰਟ ਚਾਹੀਦੇ ਆ। ਜੇ ਕੋਈ ਚੀਜ਼ ਉਨਾ ਚਿਰ ਤੁਹਾਡੀ ਅੱਖ ਦੇ ਸਾਹਮਣੇ ਖੜੀ ਹੋਏਗੀ ਤਾਂ ਦਿਖੇਗੀ ਉਹ। 1/16 ਜ਼ਰੂਰੀ ਹੈ। ਜੇ ਉਹ 1/17 ਹੋ ਗਈ ਤਾਂ ਫਿਰ ਨਹੀਂ ਦਿਖੇਗੀ ਤੁਹਾਨੂੰ। ਅੱਛਾ। ਇਸ ਤੋਂ ਥੱਲੇ ਨਾ, ਉਸ ਤੋਂ ਉਹਨਾਂ 1/16 ਸਕਿੰਟ ਘੱਟੋ ਘੱਟ ਉਹ ਤੁਹਾਡੀ ਅੱਖ ਦੇ ਸਾਹਮਣੇ ਰੁਕਣੀ ਚਾਹੀਦੀ ਹੈ। ਯਾਨੀ ਇਹ ਇਸੇ ਕਰਕੇ ਜਿਹੜੀਆਂ ਬਹੁਤ ਤੇਜ਼ ਰਫ਼ਤਾਰ ਕੋਈ ਚੀਜ਼ਾਂ ਨਿਕਲ ਕੇ ਸਾਹਮਣੇ ਜਾਂਦੀਆਂ, ਸਾਨੂੰ ਦਿਖਦੀਆਂ ਨਹੀਂ ਹੈਗੀ ਇੱਕਦਮ। ਬਿਲਕੁਲ ਨਹੀਂ ਦਿਖਦੀਆਂ। ਇਸੇ ਕਰਕੇ ਜਿਹੜੀ ਫਿਲਮ ਹੈ, ਹੁਣ ਫਿਲਮ ਜਿਹੜੀ ਜਦੋਂ ਚੱਲਦੀ ਹੈ ਤਾਂ ਫਿਲਮ ਥੋੜ੍ਹਾ ਕੋਈ ਮੂਵੀ ਹੁੰਦੀ ਹੈ, ਉਹ ਸਾਡੀਆਂ ਅੱਖਾਂ ਦੇ ਸਾਹਮਣੇ 16 ਤੋਂ ਵੱਧ ਫੋਟੋਆਂ ਇੱਕ ਵਾਰੀ 1 ਸਕਿੰਟ 'ਚ 16 ਤੋਂ ਵੱਧ ਫੋਟੋਆਂ ਜਦੋਂ ਲੰਘ ਜਾਣਗੀਆਂ ਤਾਂ ਸਾਨੂੰ ਜਦੋਂ ਕਨੈਕਟ ਹੋ ਜਾਣਗੀਆਂ ਤਾਂ ਫਿਰ ਸਾਨੂੰ ਮੂਵੀ ਬਣ ਜਾਂਦੀ ਆ ਉਹ। ਤੁਸੀਂ ਪੁਰਾਣਾ ਕੈਮਰਾ ਦੇਖਿਆ ਹੋਣਾ ਜਿਹੜਾ ਚੱਲਦਾ ਸੀ ਥੀਏਟਰਾਂ 'ਚ, ਉਹਦੇ 'ਚ ਉਹ ਮੂਵੀ ਚੱਲਦੀ ਸੀ ਚੱਕਰ ਦੇ ਉੱਪਰ, ਤਾਂ ਉਹਦੀ ਸਪੀਡ ਹੁੰਦੀ ਸੀ 1/16 ਤੋਂ ਜ਼ਿਆਦਾ ਹੁੰਦੀ ਸੀ, ਤਾਂ ਕਿ ਫਿਰ ਜਿਹੜੀ ਉਹ ਫਿਲਮ ਜਿੱਦਾਂ ਉਹਨੇ ਫਿਰ ਕੈਮਰੇ ਦੀ ਸਪੀਡ ਹੁੰਦੀ ਸੀ, ਜਿਹੜਾ ਕੈਮਰਾ ਸੀਗਾ ਰਿਕਾਰਡਿੰਗ ਵਾਲਾ ਉਹਦੀ ਸਪੀਡ ਅਤੇ ਉਸ ਪ੍ਰੋਜੈਕਟਰ ਦੀ ਸਪੀਡ ਇੱਕੋ ਜਿਹੀ ਹੁੰਦੀ ਸੀ। ਉਹ ਕੈਮਰਾ ਉੱਦਾਂ ਹੀ ਫੋਟੋ ਨੂੰ ਰਿਕਾਰਡ ਕਰਦਾ ਸੀ, ਲੇਕਿਨ 16 ਤੋਂ ਵੱਧ ਫੋਟੋਆਂ 1 ਸਕਿੰਟ 'ਚ ਲੈ ਲੈਂਦਾ ਸੀ ਉਹ, ਅਤੇ ਫਿਰ 16 ਤੋਂ ਵੱਧ ਹੀ ਉਹ ਚਲਾ ਦਿੰਦਾ ਸੀਗਾ ਪ੍ਰੋਜੈਕਟਰ। ਤਾਂ ਉਹ ਕੀ ਹੁੰਦਾ ਸੀਗਾ, ਉਹ ਬਿਲਕੁਲ ਉਹਦੀ ਕਾਪੀ ਹੋ ਜਾਂਦੀ ਸੀ ਜੋ ਸਾਹਮਣੇ, ਜਿਹਨੂੰ ਅਸੀਂ ਅੱਜ ਵੀਡੀਓ ਕਹਿੰਦੇ ਹਾਂ। ਇਹ ਹੁਣ ਤਾਂ ਥੋੜ੍ਹਾ ਜਿਹਾ ਤਰੀਕਾ ਡਿਫਰੈਂਟ ਆ ਗਿਆ ਨਾ। ਹੁਣ ਗੱਲ ਫਿਰ ਵੀ ਬੇਸਿਕ ਵਿਸ਼ਾ ਉਹੀ ਹੈ ਕਿ 1/16 ਸਕਿੰਟ ਘੱਟੋ ਘੱਟ ਠਹਿਰੇ। ਤਾਂ ਇਹਦਾ ਮਤਲਬ ਹੈ ਕਿ ਪਾਰਟੀਕਲ ਤਾਂ ਕੋਈ ਹੋਵੇਗਾ ਤਾਂ ਉਹ ਠਹਿਰੇਗਾ। ਜਿਹੜੀ ਵੇਵ ਦੀ ਸਪੀਡ ਇੰਨੀ ਜ਼ਿਆਦਾ ਹੈ ਕਿ ਵੇਵ ਤੁਹਾਡੇ ਅੱਖਾਂ ਦੇ ਸਾਹਮਣੇ 1/16 ਸਕਿੰਟ ਨਹੀਂ ਠਹਿਰਦੀ। ਇਸ ਕਰਕੇ ਅਸੀਂ ਇਹਨੂੰ ਖਾਲੀ ਖਲਾ ਕਹਿੰਦੇ ਹਾਂ। ਹੁਣ ਸਾਡੇ ਸਾਹਮਣੇ ਜਿਹੜਾ ਖਲਾ ਹੈ, ਸਾਨੂੰ ਤਾਂ ਲੱਗਦਾ ਖਾਲੀ ਹੈ, ਕੁਛ ਨਹੀਂ ਹੈ ਇਹਦੇ 'ਚ। ਅਸਲ 'ਚ ਖਾਲੀ ਨਹੀਂ ਹੈ, ਅਸਲ ਵਿੱਚ ਖਾਲੀ ਨਹੀਂ ਹੈ, ਇਹ ਭਰਿਆ ਹੋਇਆ ਊਰਜਾ ਦਾ, ਫੁੱਲ ਆਫ ਊਰਜਾ। ਜਿੱਦਾਂ ਆਪਾਂ ਇੱਦਾਂ ਲਾ ਲਈਏ, ਆਪਾਂ ਊਰਜਾ ਦੇ ਸਮੁੰਦਰ 'ਚ ਬੈਠੇ ਹਾਂ, ਮਤਲਬ ਇਕੁਏਸ਼ਨ, ਕਿਉਂਕਿ ਆਪਾਂ ਸਮੁੰਦਰ ਦੀ ਸ਼ਕਲ 'ਚ ਥੋੜ੍ਹਾ ਜਿਹਾ ਜ਼ਿਆਦਾ ਆਪਣਾ ਇਮੈਜੀਨੇਸ਼ਨ ਹੋ ਸਕਦਾ। ਜਿੱਦਾਂ ਮੱਛੀ ਸਮੁੰਦਰ 'ਚ ਰਹਿੰਦੀ ਹੈ ਤਾਂ ਮੱਛੀ ਵਾਸਤੇ ਉਹ ਪਾਣੀ ਹੈ ਨਹੀਂ, ਉਹਨੂੰ ਤਾਂ ਲੱਗਦੀ ਮੈਂ ਵੈਸੇ ਫਿਰ ਰਹੀ ਹਾਂ, ਉਹਦੇ ਵਾਸਤੇ ਪਾਣੀ ਨੂੰ ਉਹ ਪਛਾਣਦੀ ਨਹੀਂ ਹੈ, ਉਹਨੂੰ ਉਹਦੇ ਵਾਸਤੇ ਪਾਣੀ ਨੈਚੁਰਲ ਹੈ। ਇਸੇ ਤਰ੍ਹਾਂ ਆਪਾਂ ਜਦੋਂ ਬੈਠੇ ਹਾਂ ਤਾਂ ਜਿਹੜਾ ਖਾਲੀ ਜਗ੍ਹਾ ਹੈ ਉਹਦੇ ਇੱਕ ਪਦਾਰਥ ਵੀ ਹੈ, ਉਹਦੇ 'ਚ ਇਕੱਲੀ ਊਰਜਾ ਨਹੀਂ ਹੈ, ਉਹਦੇ 'ਚ ਹਵਾ ਵੀ ਹੈਗੀ ਜਿਹੜੀ ਨਹੀਂ ਦਿਖਦੀ, ਲੇਕਿਨ ਉਹਦੇ 'ਚ ਊਰਜਾ ਵੀ ਹੈ, ਸੂਖਮ ਕਣ ਵੀ ਹੈਗੀ, ਕਿਉਂਕਿ ਹਵਾ ਤਾਂ ਸਿਰਫ ਧਰਤੀ ਦੇ ਫੀਲਡ 'ਚ ਹੀ ਹੈ ਨਾ, ਉਸ ਤੋਂ ਬਿਯੋਂਡ ਚਲਾ ਜਾਂਦਾ ਕੋਈ ਹਵਾ ਨਹੀਂ ਹੈ, ਫਿਰ ਤਾਂ ਇਕੱਲੀ ਊਰਜਾ। ਤੁਸੀਂ ਜਹਾਜ਼ 'ਤੇ ਚਲੇ ਜਾਂਦੇ ਹਾਂ ਆਪਾਂ ਉੱਪਰ ਤਾਂ ਉਹ ਇਕੱਲੀ ਊਰਜਾ ਦੇ ਫੀਲਡ ਚਲੇ ਜਾਂਦੇ, ਅਸੀਂ ਹਵਾ ਉੱਥੇ ਬਹੁਤ ਘੱਟ ਜਾਂਦੀ ਹੈ। ਤਾਂ ਇਸ ਤਰ੍ਹਾਂ ਆਪਾਂ ਕਹੀਏ ਤਾਂ ਜਿਹੜੀ ਊਰਜਾ ਅਤੇ ਪਦਾਰਥ ਦਾ ਇਹ ਫਰਕ ਹੈ। ਤਾਂ ਕੁਆਂਟਮ ਜਿਹੜੀ ਫਿਜ਼ਿਕਸ ਹੈ ਉਹਦੀ ਸਟੱਡੀ ਹੈ ਊਰਜਾ ਦੀ, ਉਸ ਊਰਜਾ ਦੀ ਸਟੱਡੀ ਹੈ। ਸੋ ਹੁਣ ਆ ਕੇ ਆਪਾਂ ਅਗਲੇ ਮਾਈਲਸਟੋਨ 'ਤੇ ਆਈਏ ਕਿ ਪਹਿਲਾਂ ਜਿੱਦਾਂ ਗੁਰੂ ਸਾਹਿਬ ਨੇ ਕਿਹਾ, ਜਿਹੜਾ ਬ੍ਰਹਿਮੰਡ ਦੀ ਰਚਨਾ ਦੀ ਵਰਣਨ ਕੀਤਾ, ਤਾਂ ਹੁਣ ਜਿਹੜੀ ਆ ਕੇ ਵਿਗਿਆਨ ਆ ਗਿਆ ਇਸ ਥਾਂ 'ਤੇ, ਜਿਹੜਾ ਕਹਿੰਦਾ ਕਿ ਬ੍ਰਹਿਮੰਡ ਮੁਰਦਾ ਨਹੀਂ ਹੈ, ਚੇਤਨ ਹੈ। ਅੱਛਾ। ਇਹ ਮਾਈਲਸਟੋਨ ਆ ਗਿਆ ਹੁਣ, ਕਿ ਹੁਣ ਜਿਹੜਾ ਵਿਗਿਆਨੀ, ਜਿਹੜਾ ਕੁਆਂਟਮ ਫਿਜ਼ਿਕਸ ਦਾ ਵਿਗਿਆਨੀ ਹੈ,
ਉਹ ਆਇਨਸਟਾਈਨ ਤੋਂ ਚੱਲਦਾ ਇੱਥੋਂ ਆ ਗਿਆ ਕਿ ਜਿਹੜਾ ਬ੍ਰਹਿਮੰਡ ਸਾਨੂੰ ਲੱਗਦਾ ਕਿ ਮੁਰਦਾ ਹੈ, ਸਿਰਫ ਅਸੀਂ ਆਪਣੇ ਆਪ ਨੂੰ ਜੀਵਤ ਸਮਝਦੇ ਹਾਂ। ਪੁਰਾਣੇ ਜ਼ਮਾਨੇ 'ਚ ਵੰਡਦੇ ਹੁੰਦੇ ਸੀ ਚੀਜ਼ਾਂ ਨੂੰ ਵੀ ਇਹ ਲਿਵਿੰਗ ਹੈ ਕਿ ਨਾਨ ਲਿਵਿੰਗ ਹੈ। ਹੁਣ ਆ ਗਿਆ ਕਿ ਲਿਵਿੰਗ ਨਾਨ ਲਿਵਿੰਗ ਦਾ ਫਰਕ ਜਿਹੜਾ ਇਹ ਫਾਲਤੂ ਹੈ। ਇੱਕ ਚੀਜ਼, ਇੱਕ ਸ਼ਕਲ ਉਹਦੀ ਅਲੱਗ ਹੈ। ਮੰਨ ਲਓ ਇੱਕ ਨਮਕ ਹੈ, ਬਾਹਰ ਪਿਆ ਦਾ ਨਾਨ ਲਿਵਿੰਗ ਹੈ, ਜਦੋਂ ਅਸੀਂ ਖਾ ਲਿਆ ਫਿਰ ਲਿਵਿੰਗ ਹੋ ਗਿਆ। ਹੁਣ ਸਾਡੇ ਸਰੀਰ 'ਚੋਂ ਬਾਹਰ ਆ ਜਾਊਗਾ, ਫਿਰ ਸੇ ਕੁਝ ਫਿਰ ਨਾਨ ਲਿਵਿੰਗ ਹੋ ਗਿਆ। ਤਾਂ ਇਹ ਲਿਵਿੰਗ ਨਾਨ ਲਿਵਿੰਗ ਦਾ ਫਰਕ ਵੀ ਜਿਹੜਾ ਖਤਮ ਹੋ ਗਿਆ। ਤਾਂ ਜਿੱਦਾਂ ਸਾਇੰਸ ਡਿਵੈਲਪ ਹੋ ਰਹੀ ਹੈ ਤਾਂ ਸਾਡੀ ਚੇਤਨਾ ਜਿਹੜੀ ਹੈ ਵਿਕਸਿਤ ਹੋ ਰਹੀ ਹੈ। ਤਾਂ ਉਹਦੇ 'ਚ ਵਿਗਿਆਨ ਦੀ ਉન્નਤੀ ਕਰਦੇ ਆ ਗਿਆ ਕਿ ਬ੍ਰਹਿਮੰਡ ਜਿਹੜਾ ਉਹ ਇੱਕ ਚੇਤਨ ਹੈ, ਮੁਰਦਾ ਨਹੀਂ ਹੈ। ਉਹ ਇੱਕ ਵਿਸ਼ਾਲ ਚੇਤਨਾ ਹੈ ਜਿਹਨੂੰ ਅਸੀਂ ਖਾਲੀ ਕਹਿ ਰਹੇ ਹਾਂ, ਖਲਾ ਕਹਿ ਰਹੇ ਹਾਂ, ਆਕਾਸ਼ ਕਹਿ ਰਹੇ ਹਾਂ। ਊਰਜਾ ਦਾ ਆਪਾਂ ਜੇ ਪੂਰਾ ਕਹਿਣਾ ਹੋਵੇ ਤਾਂ ਆਪਾਂ ਕਹਾਂਗੇ ਊਰਜਾ ਦਾ ਭਰਿਆ ਹੋਇਆ ਆਕਾਸ਼। ਆਕਾਸ਼ ਖਾਲੀ ਤਾਂ ਹੈ, ਉਹਦਾ ਕਾਹਦਾ ਭਰਿਆ ਹੋਇਆ? ਊਰਜਾ ਦਾ ਭਰਿਆ ਹੋਇਆ। ਤਾਂ ਊਰਜਾ ਦਾ ਭਰਿਆ ਹੋਇਆ ਆਕਾਸ਼ ਜਿਹੜਾ ਹੈ ਉਹ ਅਸਲ 'ਚ ਉਹਦੇ ਵਿੱਚ ਹਾਂ ਅਸੀਂ, ਉਹਦੇ ਵਿੱਚ ਐਗਜ਼ਿਸਟੈਂਸ ਸਾਡੀ ਉਹਦੇ ਨਾਲ ਜੁੜੀ ਹੋਈ ਹੈ। ਤਾਂ ਉਹ ਜਿਹੜਾ ਊਰਜਾ ਦਾ ਭਰਿਆ ਹੋਇਆ ਆਕਾਸ਼ ਹੈ ਉਹਦੇ ਵਿੱਚ ਫਿਰ ਕੀ ਐਗਜ਼ਿਸਟ ਕਰਦਾ? ਉਹ ਆਪਾਂ ਕਹਾਂਗੇ, ਜਿਹਨੂੰ ਆਪਾਂ ਕਹਾਂਗੇ ਵੀ ਚੇਤਨ ਹੈ, ਉਹ ਮੁਰਦਾ ਨਹੀਂ ਹੈ, ਉਹ ਲਿਵਿੰਗ ਆ। ਉਹ ਉਸੇ ਲਿਵਿੰਗ ਦਾ ਉਹ ਵੱਡਾ ਲਿਵਿੰਗ ਹੈ, ਵਿਰਾਟ ਲਿਵਿੰਗ ਹੈ। ਉਸੇ ਲਿਵਿੰਗ 'ਚੋਂ ਅੱਗੇ ਫਿਰ ਧਰਤੀਆਂ ਦੇ ਉੱਪਰ ਆ ਕੇ ਜਿਹੜੀ ਸ਼ਕਲ ਲੈਂਦੀ ਪਦਾਰਥ ਦੀ, ਉਹ ਉਸੇ ਦੀ ਸ਼ਕਲ ਹੈ, ਉਹੀ ਇੱਕ ਰੂਪ ਲੈਂਦਾ, ਉਹੀ ਚੀਜ਼ ਇੱਕ ਰੂਪ ਲੈਂਦੀ ਹੈ। ਸੋ ਜਿਹੜਾ ਆਪਾਂ ਕਹਿੰਦੇ ਹਾਂ ਕਿ ਪ੍ਰਮਾਤਮਾ ਇੱਕ ਹੈ, ਗੁਰੂ ਸਾਹਿਬ ਨੇ ਵੀ ਕਿਹਾ ਪ੍ਰਮਾਤਮਾ ਇੱਕ ਹੈ, ਉਪਨਿਸ਼ਦ ਵੀ ਕਹਿੰਦੇ ਆ ਇੱਕ ਹੈ, ਉਪਨਿਸ਼ਦ ਕਹਿੰਦੇ ਆ ਦੋ ਨਹੀਂ ਇੱਕ ਹੀ। यानी कि अबल अल्लाह नूर उपाया कुदरत के सब बंदे एक नूर ते सब जग उपजया कौन भले कौन बंदे, यानी एक नूर तो ही सारा कुछ निकला हुआ है। वो ਜਿਹੜੀ ਨੂਰ ਹੈ ਉਹ ਨੂਰ ਇੱਕ ਹੀ ਹੈ। ਸੋ ਉਹਦਾ ਹੀ ਰੂਪ ਨੇ ਅਲੱਗ-ਅਲੱਗ। ਸੋ ਏਕ ਓਂਕਾਰ ਦਾ ਮਤਲਬ ਇਹ ਨਹੀਂ ਕਿ ਪ੍ਰਮਾਤਮਾ ਇੱਕ ਹੈ, ਸਿਰਫ ਇੰਨਾ ਨਹੀਂ ਹੈ। ਪ੍ਰਮਾਤਮਾ ਇੱਕ ਨਹੀਂ ਹੈ ਦਾ ਮਤਲਬ ਪ੍ਰਮਾਤਮਾ ਇੱਕ ਤੇ ਅਸੀਂ ਉਸ ਤੋਂ ਬਾਹਰ ਹਾਂ, ਇੱਦਾਂ ਨਹੀਂ ਹੈ ਵੀ ਪ੍ਰਮਾਤਮਾ ਤਾਂ ਇੱਕ ਹੈਗਾ ਵੱਖਰਾ ਕੁਛ, ਅਸੀਂ ਵੱਖਰੇ ਹਾਂ, ਇਹ ਨਹੀਂ ਹੈ। ਪ੍ਰਮਾਤਮਾ ਹੀ ਹੈ, ਸਾਰਾ ਕੁਝ ਇੱਕ ਹੈ, ਕੁਛ ਵੀ ਪ੍ਰਮਾਤਮਾ ਤੋਂ ਬਾਹਰ ਨਹੀਂ ਹੈ। ਅਸੀਂ ਵੀ ਪ੍ਰਮਾਤਮਾ ਦਾ ਜਿਹੜਾ ਉਹ ਵਿਰਾਟ ਰੂਪ ਹੈ ਉਹਦਾ ਹੀ ਹਿੱਸਾ, ਅਸੀਂ ਵੀ ਪ੍ਰਮਾਤਮਾ ਹੀ ਹਾਂ। ਚਾਹੇ ਕੋਈ ਗਧਾ ਹੈ, ਕੋਈ ਘੋੜਾ ਹੈ, ਕੋਈ ਕੀੜਾ ਹੈ, ਕੋਈ ਮਕੌੜਾ, ਕੋਈ ਮੱਛਰ ਹੈ, ਕੋਈ ਸੂਖਸ਼ਮ ਜੀਵ ਹੈ, ਸਭ ਪ੍ਰਮਾਤਮਾ ਹੀ ਨੇ। ਪ੍ਰਮਾਤਮਾ ਦੇ ਹੀ ਡਿਫਰੈਂਟ ਰੂਪ ਨੇ। ਇੱਕ ਪ੍ਰਮਾਤਮਾ ਦਾ ਰੂਪ ਸ਼ੁੱਧ ਊਰਜਾ ਜਿਹੜਾ ਬ੍ਰਹਿਮੰਡ 'ਚ ਅੰਤਹੀਨ ਫੈਲੀ ਹੋਈ, ਅੰਤਹੀਨ। ਉਹ ਅੰਤਹੀਨ ਦਾ ਵੀ ਜਿਹੜੇ ਗੁਰੂ ਸਾਹਿਬ ਨੇ ਵਰਣਨ ਕੀਤਾ, ਜਿਹੜਾ ਉਹਦੀ ਸਾਇੰਸ ਨੇ ਵੀ ਕਹਿਤਾ, ਹੁਣ ਸਾਇੰਸ ਨੇ ਵੀ ਕਹਿਤਾ ਕਿ ਉਹ ਅੰਤਹੀਨ ਹੈ, ਉਹਦਾ ਕੋਈ ਅੰਤ ਨਹੀਂ, ਕਿਸੇ ਨੂੰ ਪਤਾ ਨਹੀਂ ਉਹਦਾ ਅੰਤ ਹੈ ਹੀ ਨਹੀਂ। ਇੱਕ ਚੀਜ਼ ਜਿਹੜੀ ਹੈਗੀ ਆ ਵਿਗਿਆਨਿਕ ਜਾਂ ਤਰਕਸ਼ੀਲ, ਇਹ ਅਕਸਰ ਪਰਮਾਤਮਾ ਦੇ ਰੂਪ ਨੂੰ ਜਿਹੜਾ ਮੈਂ ਜਿੱਥੋਂ ਤੱਕ ਦੇਖਿਆ ਵੀ ਜ਼ਿਆਦਾਤਰ ਲੋਕ ਜਿਹੜੇ ਵਿਗਿਆਨਿਕ ਜਿਹੜੇ ਨੇ ਜਾਂ ਤਰਕਸ਼ੀਲ ਨੇ ਉਹ ਮੰਨਦੇ ਨਹੀਂ ਹੈਗੇ। ਉਹ ਕਹਿੰਦੇ ਸਾਨੂੰ ਸਬੂਤ ਦਿਓ। ਅਤੇ ਫਿਰ ਜਦੋਂ ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਤਾਂ ਫਿਰ ਉਹਨਾਂ ਦੀਆਂ ਗੱਲਾਂ ਨੂੰ ਆਪਾਂ ਕਿਸ ਤਰੀਕੇ ਦੇਖਦੇ ਹਾਂ? ਨਹੀਂ ਉਹਦੇ 'ਚੋਂ ਤਰਕਸ਼ੀਲਾਂ ਦਾ ਕੋਈ ਕਸੂਰ ਨਹੀਂ ਨਾ। ਜਿਹੜੇ ਧਰਮ ਵਾਲਿਆਂ ਨੇ ਵੀ ਤਾਂ ਬੜਾ ਮਤਲਬ ਵਾਹੀਆਤ ਢੰਗ ਨਾਲ ਉਹਨੂੰ ਪਰਮਾਤਮਾ ਦੇ ਕੰਸੈਪਟ ਨੂੰ ਕੀਤਾ ਨਾ, ਵੀ ਜਿਵੇਂ ਤਾਂ ਪਰਮਾਤਮਾ ਕੋਈ ਬੰਦਾ ਕਿਤੇ ਦਫ਼ਤਰ 'ਚ ਬੈਠਾ ਹੈ ਕੰਪਿਊਟਰ ਲਾ ਕੇ ਜਾਂ ਰਜਿਸਟਰ ਲੈ ਕੇ, ਅਤੇ ਫਿਰ ਉਹ ਨੋਟ ਇਹ ਸੋਚ ਤਰਕਹੀਨਤਾ 'ਚੋਂ ਨਿਕਲੀ ਹੋਈ ਜਿਹੜੀ ਤਰਕਸ਼ੀਲਾਂ ਦੀ ਗੱਲ ਹੈ ਉਹਨੂੰ ਚੈਲੰਜ ਉਹ ਉਸ ਲੈਵਲ 'ਤੇ ਹੈ। ਉਸ ਲੈਵਲ ਤੋਂ ਆਪਾਂ ਬਹੁਤ ਉੱਚੀ ਗੱਲ ਕਰ ਰਹੇ ਹਾਂ। ਹਾਂ, ਪਰ ਇੱਕ ਗੱਲ ਹੈ ਵੀ ਗੁਰੂ ਨਾਨਕ ਸਾਹਿਬ ਨੂੰ ਜਿਹੜੇ ਨੇ ਉਹ ਤਰਕਸ਼ੀਲ ਵੀ ਮੰਨਦੇ ਨੇ। ਨਹੀਂ ਤਾਂ ਗੁਰੂ ਨਾਨਕ ਸਾਹਿਬ ਤਾਂ ਤਰਕਸ਼ੀਲ ਨਹੀਂ, ਗੁਰੂ ਨਾਨਕ ਸਾਹਿਬ ਤਾਂ ਵਿਗਿਆਨਕ ਹੈ। ਉਹ ਵਿਗਿਆਨ ਦੇ ਪੱਧਰ 'ਤੇ ਲੈ ਜਾਂਦੇ ਆ, ਜੋ ਜੀ ਡਿਸਕ੍ਰਿਪਸ਼ਨ ਦਿੰਦੇ ਆ ਸਾਰੀ ਉਹ ਵਿਗਿਆਨ ਦੇ ਪੱਧਰ 'ਤੇ ਦਿੰਦੇ ਆ। ਪਰ ਉਹ ਭਗਤੀ, ਉਹਦੀ ਸ਼ਬਦਾਵਲੀ ਜਿਹੜੀ ਹੈ ਉਹ ਭਗਤ ਵਾਲੀ ਹੈ, ਆਸ਼ਕ ਵਾਲੀ ਹੈ। ਜਦੋਂ ਉਹ ਆਰਤੀ ਦੀ ਗੱਲ ਕਰਦੇ ਆ, ਜਦੋਂ ਵਾਰਤਾ ਕਰਦੇ ਆ ਤਾਂ ਉਹ ਆਰਤੀ ਦਾ ਜਵਾਬ ਦਿੰਦੇ ਆ। ਜਦੋਂ ਬ੍ਰਾਹਮਣਿਜ਼ਮ ਦੇ ਅੰਦਰ ਜਿਹੜਾ ਸਾਰਾ ਉਹ ਸਾਰੀ ਜਿਹੜੀ ਹੈ ਕਰਮ ਕਾਂਡ ਹੈ ਉਹਦਾ ਉਹ ਜਵਾਬ ਦਿੰਦੇ ਆ ਆਰਤੀ 'ਚ ਜਾ ਕੇ, ਤਾਂ ਕਿਆ ਕਮਾਲ ਹੈ। ਤਾਂ ਉਹ ਸਾਰਾ ਜਿਹੜਾ ਹੈ ਉਹ ਵਿਗਿਆਨ ਵੀ ਹੈ, ਉਹ ਭਗਤੀ ਦਾ ਰੂਪ ਵੀ ਹੈ ਅਤੇ ਸੱਚ ਵੀ ਹੈ। ਤਾਂ ਉਹ ਜਿਹੜਾ ਹੈ ਤਾਂ ਆਪਾਂ ਗੱਲ ਕਰ ਰਹੇ ਸੀਗੇ ਕਿ ਚੇਤਨ ਯਾਨੀ ਕਿ ਜਿਉਂਦਾ ਹੈ। ਜਿਹੜਾ ਵਿਗਿਆਨ ਦੇ ਵਿੱਚ ਪਹਿਲਾਂ ਸੀਗਾ ਕਿ ਇਹ ਪੱਥਰ ਮੁਰਦਾ ਹੈ, ਨਮਕ ਮੁਰਦਾ ਹੈ, ਉਹ ਤੋਂ ਮੁਰਦਾ ਜਿਉਂਦੇ ਦੀ ਉਹ ਫਰਕ ਵੀ ਜਿਹੜਾ ਉਹ ਖਤਮ ਹੋ ਗਿਆ। ਕਿਉਂਕਿ ਹਰ ਚੀਜ਼ ਹੀ ਜਦੋਂ ਬ੍ਰਹਿਮੰਡ ਹੀ ਚੇਤਨ ਹੈ ਤਾਂ ਕੁਛ ਵੀ ਇਹੋ ਜਿਹੀ ਚੀਜ਼ ਨਹੀਂ ਹੋ ਸਕਦੀ ਜਿਹੜੀ ਚੇਤਨ ਨਾ ਹੋਵੇ। ਉਹ ਚੇਤਨਾ ਦੇ ਅਲੱਗ-ਅਲੱਗ ਰੂਪ ਨੇ, ਉਸੇ ਵਿਸ਼ਾਲ ਚੇਤਨਾ ਦੇ ਅਲੱਗ-ਅਲੱਗ ਰੂਪ ਨੇ। ਪੱਥਰ ਉਹਦਾ ਇੱਕ ਰੂਪ ਹੈ, ਕੀੜਾ ਮਕੌੜਾ ਦਾ ਇੱਕ ਰੂਪ ਹੈ, ਮਨੁੱਖ ਦਾ ਦੂਸਰੇ ਰੂਪ ਹੈ, ਤੋਂ ਅਲੱਗ-ਅਲੱਗ ਰੂਪ ਨੇ। ਸੋ ਇੱਕ ਹੀ ਹੈ, ਅਦਵੈਤ ਨਹੀਂ ਹੈ, ਅਦਵੈਤ ਹੈ। ਅਦਵੈਤ ਯਾਨੀ ਕਿ ਦੋ ਨਹੀਂ, ਨੋ ਟੂ, ਓਨਲੀ ਵਨ। ਤਾਂ ਉਹ ਜਿਹੜੀ ਸਾਰੀ ਚੇਤਨਾ ਹੈ ਉਹ ਕਿਤੇ ਨਾ ਕਿਤੇ ਵਿਗਿਆਨ ਉਸ ਪੱਧਰ 'ਤੇ ਆ ਗਿਆ ਕਿ ਵਿਗਿਆਨ ਜਿਹੜਾ ਬ੍ਰਹਿਮੰਡ ਹੈ ਉਸ ਤੋਂ ਅਗਲੀ ਸਟੇਜ ਆਈ ਜਿਹੜੀ ਮੈਂ ਉਸ ਲੈਵਲ ਦੀ ਗੱਲਾਂ ਕਰ ਰਹੀ ਨਹੀਂ ਕਿ ਹੁਣ ਨਿਕਲ ਕੇ ਸਾਹਮਣੇ ਅਖਬਾਰਾਂ 'ਚ ਜਾਂ ਮੈਗਜ਼ੀਨ 'ਚ ਆ ਰਹੀਆਂ ਨੇ।
ਪਿਛਲੇ ਪਿੱਛੇ ਜੇ ਪੜ੍ਹਿਆ ਕਿ ਦੂਸਰਾ ਸਟੇਟਮੈਂਟ ਆਈ ਵਿਗਿਆਨੀਆਂ ਦੀ ਕਿ ਬ੍ਰਹਿਮੰਡ, ਪੂਰਾ ਬ੍ਰਹਿਮੰਡ ਇੱਕ ਇਕਾਈ ਦੇ ਤੌਰ 'ਤੇ ਕੰਮ ਕਰਦਾ। ਕੀ ਬਾਤ, ਯਾਨੀ ਗੁਰੂ ਸਾਹਿਬ ਦੀਆਂ ਗੱਲਾਂ ਸਾਰੀਆਂ ਸੱਚ। ਹਾਂ ਬਿਲਕੁਲ, ਪੂਰਾ ਬ੍ਰਹਿਮੰਡ ਇੱਕੋ ਹੀ ਇਕਾਈ ਦੇ ਤੌਰ 'ਤੇ ਕੰਮ ਕਰਦਾ। ਉਹ ਇਹ ਨਹੀਂ ਵੀ ਬੰਦਾ ਅਲੱਗ ਹੈ ਅਤੇ ਦਰਖਤ ਅਲੱਗ ਨੇ ਅਤੇ ਮਨੁੱਖ ਅਲੱਗ ਹੈ ਅਤੇ ਇਹ ਧਰਤੀ ਅਲੱਗ ਹੈ ਅਤੇ ਸੂਰਜ ਅਲੱਗ ਹੈ ਅਤੇ ਇਹ ਸੂਰਜ ਬਾਕੀਆਂ ਸੂਰਜ। ਤਾਂ ਪੂਰੇ ਦਾ ਪੂਰਾ ਬ੍ਰਹਿਮੰਡ ਮਤਲਬ ਵਿਰਾਟ ਊਰਜਾ ਦਾ ਫੀਲਡ, ਉਹਦੇ ਅੰਦਰ ਕਰੋੜਾਂ ਕਰੋੜ ਗਲੈਕਸੀਆਂ, ਇੱਕ ਇੱਕ ਗਲੈਕਸੀ 'ਚ ਕਰੋੜਾਂ ਕਰੋੜ ਤਾਰੇ, ਉਹਨਾਂ ਇੱਕ ਇੱਕ ਤਾਰੇ ਦੀਆਂ ਕਈ ਕਈ ਧਰਤੀਆਂ, ਜਿਵੇਂ ਸਾਡੀ ਧਰਤੀ ਸੂਰਜ ਤਾਰੇ ਦੀ ਇੱਕ ਪਾਰਟ ਹੈ 9 ਚੋਂ, ਉਹਦੇ ਉੱਪਰ ਜੀਵਨ ਹੈ। ਇੱਦਾਂ ਹੀ ਬਹੁਤ ਸਾਰੇ ਇਹੋ ਜਿਹੇ ਹੋਰ ਤਾਰੇ ਹੋਣਗੇ, ਇਹੋ ਜਿਹੇ ਸੂਰਜ ਹੋਣਗੇ ਜਿਨ੍ਹਾਂ ਦੀਆਂ ਧਰਤੀਆਂ ਹੋਣਗੀਆਂ। ਅਤੇ ਵਿਗਿਆਨੀ ਕਹਿੰਦੇ ਵੀ ਘੱਟੋ ਘੱਟ 50,000 ਤਾਂ ਹੋਣਗੀਆਂ, ਇਸ ਤੋਂ ਘੱਟ ਨਹੀਂ ਹੋਣਗੀਆਂ। ਹਾਂ, ਜਿਹਦੇ ਬਾਰੇ ਸਾਨੂੰ ਨਹੀਂ ਪਤਾ, ਕਿਉਂਕਿ ਜੇ ਸੂਰਜ 'ਤੇ ਹੋ ਸਕਦੀਆਂ ਨੇ ਤਾਂ ਬਾਕੀ ਤਾਰਿਆਂ 'ਤੇ ਕਿਉਂ ਨਹੀਂ ਹੋਣਗੀਆਂ? ਸੇਮ ਜਿੱਥੇ ਸੇਮ ਹਾਲਾਤ ਹੋਣਗੇ, ਸੂਰਜ ਤੋਂ ਇੱਕ ਪਰਟੀਕੂਲਰ ਦੂਰੀ ਹੋਏਗੀ ਜਿੱਥੇ ਕਿ ਲਾਈਫ ਪੋਸੀਬਲ ਹੋਏਗੀ, ਤਾਂ ਉੱਥੇ ਹੋਏਗੀ ਲਾਈਫ। ਜਾਂ ਅੱਡ ਧਰਤੀਆਂ 'ਤੇ ਅਲੱਗ-ਅਲੱਗ ਸਟੇਜਿਸ 'ਚ ਹੋਏਗੀ ਧਰਤੀ। ਇਹ ਵੀ ਇਸ ਧਰਤੀ ਦੇ ਉੱਪਰ ਵੀ ਤਾਂ ਲਾਈਫ ਪਹਿਲਾਂ ਅਲੱਗ-ਅਲੱਗ ਸਟੇਜਿਸ 'ਚ ਰਹੀ ਹੈ। ਕਿਤੇ ਇਕੱਲੇ ਸੂਖਸ਼ਮ ਜੀਵ ਰਹੇ ਹੈ, ਕਦੇ ਕੀੜੇ ਮਕੌੜੇ ਰਹੇ ਹੈ, ਕਦੀ ਬੰਦਰ ਤੱਕ ਸੀਗੇ, ਕਦੀ ਡਾਇਨਾਸੌਰ ਤੱਕ ਸੀਗੇ, ਫਿਰ ਹੌਲੀ ਹੌਲੀ ਮਨੁੱਖ ਬਣਿਆ। ਹੋ ਸਕਦਾ ਹੈ ਮਨੁੱਖ ਤੱਕ ਦੀ ਵੀ ਗੱਲ ਕੁਛ ਧਰਤੀਆਂ 'ਤੇ ਹੋ ਗਈ ਹੋਵੇ, ਕੁਛ ਅਜੇ ਵਿਕਾਸ ਕਰ ਰਹੀ ਹੋਵੇ। ਤਾਂ ਉਹ ਇੱਕ ਤਾਂ ਉਹ ਜਿਹੜੀ ਮੇਨ ਮਾਈਲਸਟੋਨ ਦੀ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜਾ ਟੋਟਲ ਬ੍ਰਹਿਮੰਡ ਹੈ ਉਹ ਇੱਕ ਇਕਾਈ ਦੇ ਤੌਰ 'ਤੇ ਕੰਮ ਕਰਦਾ। ਉਹ ਅਲੱਗ-ਅਲੱਗ ਨਹੀਂ ਹੈ, ਅਲੱਗ-ਅਲੱਗ ਨਹੀਂ ਹੁੰਦਾ, ਇੱਕੋ ਸਿੰਗਲ ਇਕਾਈ ਹੁੰਦਾ। ਹੁਣ ਉਸ ਇਹਦੇ 'ਚ ਨਾਲ ਇੱਕ ਜਿਹੜੀ ਟੱਚ ਨਾਲ ਕਰਦੇ ਚੱਲੀਏ ਆਪਾਂ, ਹੋਲਿਜ਼ਮ ਵਰਸਸ ਰਿਡਕਸ਼ਨਿਜ਼ਮ। ਸਮਝਣ ਦੇ ਪੱਧਰ 'ਤੇ ਆ ਕੇ ਹੋਲਿਜ਼ਮ, ਹੋਲ WHOLE, ਹੋਲ ਮਤਲਬ ਪੂਰਾ, ਪੂਰਨਤਾ। ਉਹਦੀ ਸੰਸਕ੍ਰਿਤ 'ਚ ਇੱਕ ਸ਼ਲੋਕ ਵੀ ਹੈ ਬਹੁਤ ਪਿਆਰਾ ਜਿਹੜਾ ਉਪਨਿਸ਼ਦ ਦਾ, ਕਿ ਪੂਰਨ ਹੈ, ਐਗਜ਼ਿਸਟੈਂਸ ਪੂਰਨ ਹੈ, ਅਤੇ ਪੂਰਨ 'ਚੋਂ ਪੂਰਨ ਵੀ ਕੱਢ ਦਿਓ ਉਹਦੇ ਪਿੱਛੇ ਪੂਰਨ ਹੀ ਰਹਿੰਦਾ ਹੈ ਨਾ। ਸੰਸਕ੍ਰਿਤ ਦਾ ਇੱਕ ਸ਼ਲੋਕ ਹੈਗਾ ਪੂਰਨਤਾ ਦਾ, ਬਹੁਤ ਪਿਆਰਾ ਸ਼ਲੋਕ ਹੈ। ਮੈਨੂੰ ਹੁਣ ਸੰਸਕ੍ਰਿਤ ਆਉਂਦੀ ਨਹੀਂ ਹੈ, ਲੇਕਿਨ ਬਹੁਤ ਪਿਆਰਾ ਸ਼ਲੋਕ ਹੈ ਕਿ ਜਿਹੜਾ ਸਾਰੀ ਐਗਜ਼ਿਸਟੈਂਸ ਹੈ ਇਹ ਆਪਣੇ ਆਪ 'ਚ ਉਹਦੀ ਇੱਕ ਇਕਾਈ ਵੀ ਪੂਰਨ ਹੈ, ਇੱਕ ਐਟਮ ਵੀ ਪੂਰਨ ਹੈ, ਅਤੇ ਵਿਰਾਟ ਬ੍ਰਹਿਮੰਡ ਵੀ ਪੂਰਨ ਹੈ। ਜਿਵੇਂ ਸ਼ੀਸ਼ਾ ਆਪਾਂ ਤੋੜ ਦਈਏ, ਜਿੰਨੇ ਮਰਜ਼ੀ ਟੁਕੜੇ ਕਰ ਦਈਏ, ਪਰ ਹਰੇਕ ਸ਼ੀਸ਼ੇ 'ਚ ਆਪਾਂ ਨੂੰ ਸ਼ਕਲ ਜ਼ਰੂਰ ਨਜ਼ਰ ਆਉਂਦੀ। ਹਾਂ, ਸੋ ਇਹ ਉਸ ਤੋਂ ਵੀ ਗਹਿਰੀ ਗੱਲ ਹੈ, ਕਿਉਂਕਿ ਇਹ ਊਰਜਾ ਦੇ ਲੈਵਲ 'ਤੇ ਚਲੀ ਗਈ ਤਾਂ ਉਹ ਇੱਕ ਪੂਰਨਤਾ ਜਿਹੜੀ ਹੈ, ਪੂਰਨ ਹੈ, ਹੋਲ ਹੈ। ਸੋ ਹੋਲ ਦੇ ਤੌਰ 'ਤੇ ਕੰਮ ਕਰਦਾ ਹੈ। ਹੋਲ ਪਾਰਟਸ ਦਾ ਮੈਥਮੈਟੀਕਲ ਟੋਟਲ ਨਹੀਂ ਹੁੰਦਾ। ਮਤਲਬ ਜੇ ਮੰਨ ਲਓ 10 ਪੁਰਜੇ ਹੈ ਤੁਹਾਡੇ ਕਿਸੇ ਚੀਜ਼ ਦੇ, 10 ਪਾਰਟ ਨੇ, ਤਾਂ 1 + 1 + 10 ਨਹੀਂ, 10 ਉਹਨਾਂ ਦਾ ਪਲੱਸ ਕਰਕੇ ਤੁਸੀਂ ਨਹੀਂ ਸਮਝ ਸਕਦੇ ਉਹਨੂੰ। ਉਹ ਹੋਲ ਬਿਲਕੁਲ ਵੱਖਰਾ ਹੀ ਹੋਏਗਾ। ਅਤੇ ਉਹਨੂੰ ਅਸੀਂ ਜੇ ਕੁਦਰਤ ਦੇ ਲੈਵਲ 'ਤੇ ਆ ਕੇ ਸਮਝੀਏ ਅਸੀਂ, ਤਾਂ ਕੁਦਰਤ ਦੇ ਅੰਦਰ ਫਿਰ ਅਸੀਂ ਹੁਣ ਦੇਖੋ ਸਾਡੀ ਜਿਹੜੀ ਸਾਇੰਸ ਹੈ ਸਭ ਅਲੱਗ-ਅਲੱਗ ਨੇ। ਖੇਤੀ ਲੱਗ ਜਿਹੜੇ ਢੰਗ ਨਾਲ ਪੜ੍ਹਾਉਂਦੇ ਆ ਉਹ ਬਾਕੀ ਮਨੁੱਖ ਦੀ ਜਿਹੜੀ ਹੈਲਥ ਹੈ, ਮਨੁੱਖੀ ਹੈਲਥ, ਉਹਨੂੰ ਅਲੱਗ ਪੜ੍ਹਾਉਂਦੇ ਆ, ਐਨੀਮਲ ਹੈਲਥ ਨੂੰ ਅਲੱਗ ਪੜ੍ਹਾਉਂਦੇ ਆ। ਉਹ ਜੋੜਦਾ ਕੋਈ ਨਹੀਂ ਹੈ। ਲੇਕਿਨ ਜਦੋਂ ਤੁਸੀਂ ਹੋਲ ਦੇ ਤੌਰ 'ਤੇ ਸਮਝੋਗੇ ਤਾਂ ਜਿੰਨੀ ਲਾਈਫ ਹੈ, ਜਿੰਨੀ ਕੁਦਰਤ ਹੈ, ਸਾਰੀ ਐਜ਼ ਏ ਹੋਲ ਆਪਰੇਟ ਕਰਦੀ ਹੈ। ਉਹ ਆਪਾਂ ਨੂੰ ਪਤਾ ਕਿ ਧਰਤੀ ਦੇ ਵਿੱਚ ਪਹਿਲਾਂ ਸੂਖਸ਼ਮ ਜੀਵ ਨੇ। ਸੂਖਸ਼ਮ ਜੀਵ ਜਿਹੜੇ ਨੇ ਹਵਾ ਦੀ ਨਾਈਟ੍ਰੋਜਨ ਨੂੰ ਪਹਿਲਾਂ ਫਿਕਸ ਕਰਦੇ ਆ, ਫਿਰ ਹਵਾ ਦੀ ਨਾਈਟ੍ਰੋਜਨ ਨੂੰ ਪੌਦੇ ਲੈਂਦੇ ਆ, ਫਿਰ ਪੌਦਿਆਂ ਨੂੰ ਗਾਂ ਭੋਜਨ ਬਣਾਉਂਦੇ ਆ, ਫਿਰ ਭੋਜਨ ਗਾਂ ਕੀੜੇ ਮਕੌੜੇ ਖਾਂਦੇ ਆ, ਫਿਰ ਉਹ ਭੋਜਨ ਅਸੀਂ ਖਾਂਦੇ ਹਾਂ, ਫਿਰ ਅੱਗੇ ਤੱਕ ਜੁੜੀ ਹੋਈ ਹੈ, ਹੋਲ ਹੈ। ਤਾਂ ਵਿਗਿਆਨਿਕ ਦ੍ਰਿਸ਼ਟੀਕੋਣ ਕੀ ਮੰਗ ਕਰਦਾ ਹੈ ਕਿ ਤੁਸੀਂ ਚੀਜ਼ਾਂ ਨੂੰ ਐਜ਼ ਏ ਹੋਲ ਸਮਝੋ। ਪੁਰਜੇ ਨੂੰ ਤੋੜ ਕੇ ਨਾ ਦੇਖੋ। ਤੋੜ ਕੇ ਦੇਖੋਗੇ ਤਾਂ ਤੁਹਾਨੂੰ ਪੁਰਜਾ ਤਾਂ ਸਮਝ ਆ ਜਾਏਗਾ, ਲੇਕਿਨ ਤੁਹਾਨੂੰ ਫਿਰ ਹੋਲ ਨਹੀਂ ਸਮਝ ਆਏਗਾ। ਹਾਂ, ਜੇ ਤੁਸੀਂ ਹੋਲ ਨੂੰ ਸਮਝ ਲਿਆ ਤਾਂ ਫਿਰ ਉਹ 'ਚ ਪੁਰਜੇ ਦੀ ਵਿਸ਼ੇਸ਼ਤਾ ਡਿਟੇਲ 'ਚ ਜਾਣਾ, ਫਿਰ ਵਧੀਆ। ਇਹ ਨਹੀਂ ਕਿ ਪੁਰਜੇ ਨੂੰ ਨਹੀਂ ਸਮਝਣਾ, ਪੁਰਜੇ ਨੂੰ ਵੀ ਸਮਝਣ ਦੀ ਲੋੜ ਹੈ, ਉਹਦਾ ਵਿਸਥਾਰ ਵੀ ਸਮਝਣ ਦੀ ਲੋੜ ਹੈ, ਪਰ ਬਿਨਾਂ ਹੋਲ ਨੂੰ ਸਮਝੇ ਤੁਸੀਂ ਵਿਸਥਾਰ ਸਮਝੋਗੇ ਤਾਂ ਭਟਕ ਜਾਓਗੇ। ਫਿਰ ਤੁਹਾਨੂੰ ਉਹ ਕਨੈਕਸ਼ਨ ਨਹੀਂ ਸਮਝ ਆਏਗਾ। ਜਿੱਦਾਂ ਦੀ ਅੱਜ ਕੱਲ੍ਹ ਡਾਕਟਰਾਂ ਦੀ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਸਪੈਸ਼ਲਾਈਜੇਸ਼ਨ ਦੀ ਡਾਕਟਰ ਹੈ, ENT ਵਾਲੇ ਨੂੰ ਕੋਈ ਦਿਖਾਓ ਤਾਂ ਕੁਛ ਹੋਰ ਕਹਿੰਦਾ, ਜੇ ਮੈਡੀਸਨ ਵਾਲੇ ਨੂੰ ਦਿਖਾ ਦਿਓ ਕੁਛ ਹੋਰ। ਕਿਉਂਕਿ ਉਹ ਆਪਣੀ ਸਪੈਸ਼ਲਾਈਜੇਸ਼ਨ ਨੂੰ ਲੈ ਕੇ ਉਹਦੇ ਵਿਸਥਾਰ 'ਚ ਰੁੱਝ ਜਾਂਦੇ ਆ, ਲੇਕਿਨ ਐਜ਼ ਏ ਹੋਲ ਬੋਡੀ ਨੂੰ ਨਹੀਂ ਦੇਖਦੇ। ਤਾਂ ਉਹਦੇ 'ਚ ਹੋਲ ਅਤੇ ਰਿਡਕਸ਼ਨ, ਜਿੰਨੀ ਹੋਲਿਜ਼ਮ ਅਤੇ ਰਿਡਕਸ਼ਨ ਦੋ ਲਫ਼ਜ਼ ਆਉਂਦੇ ਆ। ਹੋਲਿਜ਼ਮ ਦਾ ਮਤਲਬ ਹੁੰਦਾ ਕਿ ਹੋਲ ਨੂੰ ਸਮਝੋ ਅਤੇ ਉਹਦੇ ਵਿੱਚ ਅੱਗੇ ਫਿਰ ਪੁਰਜੇ ਦੀ ਵਿਸਥਾਰ ਸਮਝੋ, ਪਾਰਟ ਦੀ ਵਿਸਥਾਰ ਸਮਝੋ। ਰਿਡਕਸ਼ਨਿਜ਼ਮ ਕੀ ਕਰਦਾ ਅਤੇ ਪੁਰਜੇ ਨੂੰ ਸਮਝੀ ਜਾਂਦਾ, ਉਹ ਹੋਲ ਨਾਲ ਜੋੜਦਾ ਹੀ ਨਹੀਂ ਹੈ, ਤਾਂ ਉਹਦੇ 'ਚ ਭਟਕ ਜਾਂਦਾ। ਜਿਵੇਂ ਅੱਜ ਦਾ ਸਾਇੰਟਿਸਟ ਹੈ, ਅੱਜ ਦਾ ਖੇਤੀ ਸਾਇੰਟਿਸਟ ਹੈ, ਜਿੱਦਾਂ ਉਹ ਸਪਰੇਅ ਕਰੀ ਜਾਂਦਾ, ਉਹ ਕਹਿੰਦਾ ਕੀੜੇ ਖਤਮ ਕਰੋ। ਕੀੜੇ ਖਤਮ ਕਰਦੇ ਅਸੀਂ ਆਪਣੇ ਆਪ ਨੂੰ ਖਤਮ ਕਰ ਲਿਆ। ਉਹੀ ਸਪਰੇਅ ਉੱਤੇ ਗਿਰਦੀ ਹੈ, ਉਹੀ। ਕਿਉਂਕਿ ਕੀੜੇ ਜਿਹੜੇ ਨੇ ਆਫਟਰ ਉਸੇ ਇਕੋਲੋਜੀ ਦਾ, ਉਸੇ ਨੇਚਰ ਦਾ ਹਿੱਸਾ ਨੇ। ਉਹ ਆਪਣਾ ਰੋਲ ਪਲੇ ਕਰਦੇ ਆ, ਉਹਦਾ ਰੋਲ ਤੁਸੀਂ ਕੱਢਤਾ। ਉਹ ਕੀੜਿਆਂ ਨੂੰ ਖਾਣ ਲੱਗੇ, ਕੀੜੇ ਨੇ ਅੱਗੇ
ਕੀੜਿਆਂ ਨੂੰ ਖਾਣ ਵਾਲੇ ਪੰਛੀ ਨੇ, ਜਦੋਂ ਸਪਰੇਆਂ ਕੀਤੀਆਂ ਪੰਛੀ ਵੀ ਮਰ ਗਏ, ਕੀੜਿਆਂ ਨੂੰ ਖਾਣ ਵਾਲੇ ਕੀੜੇ ਵੀ ਮਰ ਗਏ। ਉਹ ਸਾਰਾ ਬੈਲੈਂਸ ਖਰਾਬ ਹੋ ਗਿਆ। ਸਾਰੇ ਹੁਣ ਉਲਟਾ ਕੀੜੇ ਜ਼ਿਆਦਾ ਪਾਵਰਫੁਲ ਹੋ ਗਏ, ਕਿਉਂਕਿ ਤੁਸੀਂ ਉਹ ਦੇਖਿਆ ਹੀ ਨਹੀਂ ਵੀ ਹੋਲ ਤਾਂ ਬਿਲਕੁਲ ਵੱਖਰੀ ਢੰਗ ਨਾਲ ਆਪਰੇਟ ਕਰਦਾ। ਕਿ ਪੱਤੇ ਖਾਣ ਵਾਲੇ ਕੀੜਿਆਂ ਨੂੰ ਇਹੋ ਜਿਹੇ ਕੀੜੇ ਨੇ ਜਿਹੜੇ ਕੀੜੇ ਨੂੰ ਕੀੜੇ ਖਾਂਦੇ ਆ, ਨੋਨ ਵੈਜੀਟੇਰੀਅਨ ਕੀੜੇ ਆ। ਫਿਰ ਕੀੜਿਆਂ ਨੂੰ ਖਾਣ ਵਾਲੇ ਛੋਟੇ ਛੋਟੇ ਪੰਛੀ ਵੀ ਨੇ, ਨਿੱਕੇ ਨਿੱਕੇ ਪੰਛੀ ਰਹਿੰਦੇ ਆ ਉੱਥੇ। ਉਹ ਪੰਛੀ ਉਹ ਜਦੋਂ ਤੁਸੀਂ ਕੀੜਿਆਂ ਨੂੰ ਜ਼ਹਿਰੀਲਾ ਕਰਤਾ ਤਾਂ ਕੀੜਿਆਂ ਨੂੰ ਜ਼ਹਿਰੀਲੇ ਕੀੜੇ ਪੰਛੀਆਂ ਨੇ ਖਾਏ, ਪੰਛੀ ਵੀ ਮਰ ਗਏ। ਤਾਂ ਸਾਰਾ ਸਾਈਕਲ ਤੋੜਤਾ ਸੀ। ਤਾਂ ਹੋਰ ਕੁਝ ਹੋਰ ਸੀਗਾ। ਹੁਣ ਫਿਰ ਅਸੀਂ ਇੱਥੇ ਆ ਗਏ ਕਿ ਵੀ ਹੁਣ ਤੱਕ ਸਪਰੇਆਂ ਬੰਦ ਕਰੋ, ਜ਼ਹਿਰ ਬੰਦ ਕਰੋ। ਇਸ ਤਰ੍ਹਾਂ ਆਪਾਂ ਹਿਊਮਨ ਸਾਇੰਸ 'ਚ ਆ ਰਹੇ ਹਾਂ। ਹਿਊਮਨ ਸਾਇੰਸ 'ਚ ਆ ਗਿਆ। ਫਿਰ ਜਿਹੜੀ ਹੈਲਥ ਸਾਇੰਸ ਹੈ ਉਹ 'ਚ ਆਪਣੇ ਐਂਟੀਬਾਇਓਟਿਕ ਦੇ ਕੇ ਅਸੀਂ ਇਕੱਲੇ ਪਾਰਟ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ENT ਵਾਲਾ ਜੇ ਜ਼ੁਕਾਮ ਲੱਗ ਜਾਂਦਾ ਤਾਂ ਉਹ ਐਂਟੀਬਾਇਓਟਿਕ ਦੇ ਜਾਂਦਾ, ਮੈਂ ਆਪਣੇ ENT ਦੇ ਕੀਟਾਣੂਆਂ ਨੂੰ ਮਾਰਦਾ ਵੀ ਉਹਨਾਂ ਕੀ ਸਾ ਠੀਕ ਕਰ ਲੈਣਾ। ਹਾਂ, ਤਾਂ ਉਹ ਜਦੋਂ ਐਂਟੀਬਾਇਓਟਿਕ ਸਰੀਰ 'ਚ ਜਾਂਦਾ ਤਾਂ ਸਾਰੇ ਕੀਟਾਣੂ ਮਾਰ ਦਿੰਦਾ ਦੋਸਤ ਵਿੱਚ। ਅਤੇ ਉਹ ਸਾਇੰਸ ਕਹਿੰਦੀ ਹੈ ਕਿ ਜਦੋਂ ਤੁਸੀਂ ਐਂਟੀਬਾਇਓਟਿਕ ਖਾਂਦੇ ਹੋ, ਇੱਕ ਦੋਸਤ ਮਾਰਨ ਲਈ 300 ਇੱਕ ਦੁਸ਼ਮਣ ਮਾਰਨ ਲਈ 300 ਦੋਸਤ ਮਾਰਦੇ ਹੋ। ਤੁਹਾਡੇ ਨਾਲ ਵੱਡਾ ਬੇਵਕੂਫ ਹੋ ਸਕਦਾ ਕੋਈ? ਕਹਿੰਦਾ ਇੱਕ ਦੁਸ਼ਮਣ ਮਾਰਨ ਲਈ ਤੁਸੀਂ 300 ਦੋਸਤ ਮਾਰਦੇ ਹੋ। ਤਾਂ ਐਜ਼ ਏ ਹੋਲ ਸਮਝਾਂਗੇ ਆਪਾਂ ਤਾਂ ਉਹ ਜਿਹੜੀ ਗੱਲ ਜਿਹੜੀ ਹੈਗੀ ਹੈ ਪਰਮਾਤਮਾ ਨੂੰ ਸਮਝਣ ਵਾਲੀ ਜਾਂ ਸੱਚ ਨੂੰ ਸਮਝਣ ਵਾਲੀ ਅਤੇ ਹੋਲ ਨੂੰ ਸਮਝਣ ਵਾਲੀ, ਉਹ ਕਿਤੇ ਨਾ ਕਿਤੇ ਉਹ ਸੱਚ ਹੈ। ਉਦੋਂ ਆਪਾਂ ਹੋਰ ਥੋੜ੍ਹੀ ਜਿਹੀ ਉਦਾਹਰਨ ਲੈ ਲਈਏ ਕਿ ਅਸੀਂ ਕਿਵੇਂ ਜੁੜੇ ਹੋਏ ਹਾਂ। ਸਾਡਾ ਸੱਚ ਕਿਵੇਂ ਜੁੜਿਆ ਹੋਇਆ, ਸਾਡਾ ਜਿਹੜਾ ਵਿਅਕਤੀਗਤ ਸੱਚ ਹੈ ਉਹ ਕਿਵੇਂ ਪੂਰਨ ਸੱਚ ਨਾਲ ਜੁੜਿਆ ਹੋਇਆ। ਮੰਨ ਲਓ ਆਪਾਂ ਸਾਹ ਲੈਂਦੇ ਹਾਂ, ਸਾਹ ਲਿਆ ਨਾ, ਤਾਂ ਸਾਹ ਤੋਂ ਬਿਨਾਂ ਤਾਂ ਨਹੀਂ ਜਿਉਂਦੇ ਰਹਿ ਸਕਦੇ। ਜਦੋਂ ਬੰਦਾ ਸਾਹ ਰੁਕ ਗਿਆ ਤਾਂ ਗਿਆ ਬੰਦਾ। ਬਿਲਕੁਲ ਸਾਹ ਹੈ ਸਾਡਾ ਪ੍ਰਾਇਮਰੀ ਗੱਲ ਹੈ। ਹੁਣ ਸਾਹ ਕੀ ਹੈ, ਇਹਨੂੰ ਸਾਰ ਨਾਲ ਦੇਖੀਏ ਆਪਾਂ, ਸਾਹ ਕੀ ਚੀਜ਼ ਹੈ। ਸਾਹ ਦੇ ਦੋ ਹਿੱਸੇ ਹੈ, ਇੱਕ ਤਾਂ ਹਵਾ ਚਾਹੀਦੀ ਹੈ, ਇੱਕ ਜੇ ਹਵਾ ਹੋਵੇ ਵੀ ਤਾਂ ਬੰਦੇ 'ਚ ਜਾਨ ਪ੍ਰਾਣ ਚਾਹੀਦਾ ਤਾਂ ਹੀ ਉਹ ਸਾਹ ਲੈ ਸਕੇਗਾ। ਸੋ ਦੋ ਕੰਪੋਨੈਂਟ ਨੇ ਉਹਦੇ, ਇੱਕ ਤਾਂ ਹਵਾ ਚਾਹੀਦੀ ਹੈ, ਇੱਕ ਸਾਹ ਲੈਣ ਵਾਲਾ ਲਈ ਊਰਜਾ ਚਾਹੀਦੀ ਹੈ ਤਾਂ ਕਿ ਪੱਠੇ ਤੁਹਾਡੇ ਮਸ਼ੀਨਰੀ ਕੰਮ ਕਰੇ। ਹੁਣ ਆਪਾਂ ਹਵਾ ਨੂੰ ਦੇਖੀਏ, ਹਵਾ ਕਿੱਥੋਂ ਆਉਂਦੀ ਹੈ? ਹਵਾ ਕੌਣ ਬਣਾਉਂਦਾ? ਦਰਖਤ ਬਣਾਉਂਦੇ ਆ। ਦਰਖਤਾਂ 'ਚੋਂ ਹਵਾ ਬਣਦੀ ਹੈ। ਹਵਾ ਇਹ ਤਾਂ ਨਹੀਂ ਵੀ ਹਵਾ ਦਾ ਕੋਈ ਅਮਿਟ ਅੰਤਹੀਨ ਕੋਈ ਭੰਡਾਰ ਪਿਆ ਅਤੇ ਅਸੀਂ ਵਰਤੀ ਜਾਈਏ ਅਤੇ ਹਵਾ ਮੁੱਕੇਗੀ ਨਹੀਂ। ਹਵਾ ਦਾ ਰੋਜ਼ ਅਸੀਂ ਵਰਤਦੇ ਹਾਂ, ਰੋਜ਼ ਅਸੀਂ ਫਿਰ ਦੇ ਦਿੰਦੇ ਹਾਂ। ਦਰਖਤ ਕਾਰਬਨ ਡਾਈਆਕਸਾਈਡ ਲੈ ਲੈਂਦੇ ਆ, ਉਹ ਸਾਡੀ ਕਾਰਬਨ ਡਾਈਆਕਸਾਈਡ ਸਾਨੂੰ ਆਕਸੀਜਨ ਦੇ ਦਿੰਦੇ ਆ। ਅਸੀਂ ਕਾਰਬਨ ਡਾਈਆਕਸਾਈਡ ਪੈਦਾ ਕਰਕੇ ਦਰਖਤਾਂ ਨੂੰ ਦੇ ਦਿੰਦੇ ਹਾਂ, ਦਰਖਤ ਨਾਲੇ ਤਾਂ ਭੋਜਨ ਬਣਾ ਲੈਂਦੇ ਨਾਲੇ। ਤਾਂ ਸਾਰਾ ਸਾਈਕਲ ਆਪਾਂ ਨੂੰ ਪਤਾ, ਆਕਸੀਜਨ ਕਾਰਬਨ ਡਾਈਆਕਸਾਈਡ ਦਾ ਸਾਈਕਲ। ਤਾਂ ਉਹ ਕੌਣ ਬਣਾਉਂਦੇ? ਦਰਖਤ ਬਣਾਉਂਦੇ ਆ। ਦਰਖਤਾਂ ਨੂੰ ਬਣਾਉਣ ਲਈ ਕੀ ਚਾਹੀਦਾ? ਨੰਬਰ 1 ਤਾਂ ਕੋਈ ਚਲੋ ਧਰਤੀ 'ਚੋਂ ਲੈਂਦੇ ਆ, ਕੁਛ ਪਾਣੀ ਲੈਂਦੇ ਆ, ਲੇਕਿਨ ਸਭ ਤੋਂ ਜ਼ਰੂਰੀ ਕਿਹੜੀ ਹੈ ਕਿ ਸੂਰਜ ਤੋਂ ਊਰਜਾ ਲੈਂਦੇ ਆ। ਸੂਰਜ ਦੀ ਊਰਜਾ ਤੋਂ ਬਿਨਾਂ ਕੋਈ ਦਰਖਤ ਹਵਾ ਨਹੀਂ ਬਣਾ ਸਕਦਾ। ਇਹਦਾ ਮਤਲਬ ਸੂਰਜ ਤੋਂ ਆ ਰਹੀ ਹਵਾ ਤੋਂ ਊਰਜਾ ਤਾਂ ਬਹੁਤ ਪ੍ਰਾਇਮਰੀ ਹੈ। ਪਰ ਡਾਕਟਰ ਸਾਹਿਬ ਮਾਫ਼ ਕਰਨਾ ਇੱਥੇ ਰੋਕਾਂਗਾ, ਜਿਹੜੇ ਇਲਾਕਿਆਂ ਦੇ ਵਿੱਚ ਸੂਰਜ ਹੁਣ ਕਈ ਵਿਸ਼ਵ ਦੇ ਕਈ ਇਲਾਕੇ ਅਜਿਹੇ ਨੇ ਜਿੱਥੇ ਸੂਰਜ ਹੁੰਦਾ ਹੀ ਨਹੀਂ। ਉੱਥੇ ਸੂਰਜ ਮਤਲਬ ਸਾਲ 'ਚ ਬਹੁਤ ਘੱਟ ਹੁੰਦਾ, ਪਰ ਉਹਦੇ ਬਾਵਜੂਦ ਵੀ ਉੱਥੇ ਲਾਈਫ ਤਾਂ ਹੈਗੀ ਨਹੀਂ। ਪਰ ਉੱਥੇ ਸਾਲ 'ਚ ਕੁਛ ਸਾਲ ਹੁੰਦਾ ਰਹਿੰਦਾ ਨਾ, ਕਿਉਂਕਿ ਕੁਦਰਤ ਫਿਰ ਉੱਦਾਂ ਢਾਲ ਲਿਆ ਹੋਇਆ ਕੁਦਰਤ ਨੇ। ਲੇਕਿਨ ਜਿੱਥੇ ਸੂਰਜ ਨਹੀਂ ਹੈ, ਜਿਵੇਂ ਉਹ ਤੁਹਾਡੇ ਨੇ ਪੋਲਸ ਨੇ, ਉੱਥੇ ਤਾਂ ਕੋਈ ਹੈ ਨਾ, ਹੁੰਦਾ ਹੀ ਨਹੀਂ ਦਰਖਤ, ਕੋਈ ਹਰਿਆਲੀ ਨਹੀਂ ਹੈ। ਉੱਥੇ ਤਾਂ ਸਿਰਫ ਬਰਫ਼ ਹੁੰਦੀ ਹੈ। ਬਰਫ਼ ਦੇ ਵਿੱਚ ਕਦੇ ਉਹ ਜਿਹੜੇ ਕੋਈ ਜੀਵ ਜੰਤੂ ਹੈਗੇ ਵੀ ਆ ਮਾੜੇ ਮੋਟੇ, ਉਹ ਮੱਛੀਆਂ ਖਾਣ ਵਾਲੇ, ਉਹ ਆਪਸ 'ਚ ਉੱਥੇ ਕਰ ਲੈਂਦੇ ਆ। ਉਹ ਜਿਹੜੇ ਸਿੱਧੇ ਉਹ, ਕਿਉਂਕਿ ਉੱਥੇ ਵੀ ਧੁੱਪ ਜਦੋਂ ਲੱਗਦੀ ਹੈ ਤਾਂ ਕੁਛ ਪਾਣੀ ਜਿਹੜਾ ਐਕਸਪੋਜ਼ ਹੋ ਜਾਂਦਾ, ਉਹਦੇ ਅੰਦਰ ਵੀ ਲਾਈਫ ਬਣ ਜਾਂਦੀ ਹੈ ਨਾ। ਲੇਕਿਨ ਨਹੀਂ ਹੁੰਦੀ ਬਾਈ ਐਂਡ ਲਾਰਜ ਲਾਈਫ ਉੱਥੇ। ਇਹ ਆਪਾਂ ਨੂੰ ਸਰਦੀਆਂ 'ਚ ਪਤਾ, ਜੇ ਪੱਛਮੀ ਮੁਲਕਾਂ ਦੇ ਅੰਦਰ ਸਾਰੇ ਦਰਖਤ ਸੁੱਕ ਜਾਂਦੇ ਆ ਸਰਦੀਆਂ ਦੇ ਅੰਦਰ। ਜਦੋਂ ਧੁੱਪ ਨਹੀਂ ਹੁੰਦੀ, ਬੱਦਲਵਾਈ ਰਹਿੰਦੀ ਹੈ ਉੱਥੇ। ਬਹੁਤ ਸਾਰੇ ਯੂਰਪ ਦੇ ਅੰਦਰ ਬੱਦਲਵਾਈ ਰਹਿੰਦੀ ਹੈ, ਤਾਂ ਉਹ ਲੋਕ ਵੀ ਤਰਸ ਜਾਂਦੇ ਆ ਅਤੇ ਉਹ ਵੀ ਨਹੀਂ ਹੁੰਦੀ। ਅੱਛਾ, ਇਹਦਾ ਇੱਕ ਇਹੀ ਕਾਰਨ ਆਪਾਂ ਅਗਰ ਸਮਝੀਏ, ਜਿਹੜੇ ਇਲਾਕੇ ਬਹੁਤ ਜ਼ਿਆਦਾ ਗਰਮ ਨੇ, ਅਫਰੀਕਾ ਅਤੇ ਹੋਰ ਇੱਧਰ ਇਲਾਕੇ ਦੇ ਬਹੁਤ ਜ਼ਿਆਦਾ ਗਰਮ ਨੇ ਇਹਨਾਂ ਇਲਾਕੇ, ਉਹਨਾਂ ਦੇ ਲੋਕ ਉਨੇ ਹੀ ਜ਼ਿਆਦਾ ਪਾਵਰਫੁਲ ਇਸੇ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਉੱਧਰ ਊਰਜਾ ਜਿਹੜੀ ਜ਼ਿਆਦਾ। ਅਨੇਕਾਂ ਕਾਰਨ ਹੋਣਗੇ, ਉਹ ਤਾਂ ਉਹਦਾ ਇਹ ਕਾਰਨ ਵੀ ਹੋਏਗਾ ਅਤੇ ਅਨੇਕਾਂ ਕਾਰਨ ਹੋਣਗੇ। ਪਹਿਲਾਂ ਆਪਾਂ ਗੱਲ ਮੇਰੇ ਖਿਆਲ 'ਚ ਆਪਾਂ ਪੂਰੀ ਕਰ ਲਈਏ ਕਿ ਕਿਵੇਂ ਆਪਾਂ ਜੁੜੇ ਕਿਵੇਂ ਹੋਏ ਹਾਂ। ਜਿਹੜੀ ਗੱਲ ਹੈ ਕਿਵੇਂ ਪਰਮਾਤਮਾ ਹੀ ਹਾਂ ਅਸੀਂ ਪਰਮਾਤਮਾ ਦਾ ਹੀ ਰੂਪ ਹਾਂ, ਕਿ ਪਰਮਾਤਮਾ ਨਾਲ ਟੁੱਟ ਕੇ ਅਸੀਂ ਇੱਕ ਸਾਡੀ ਕੋਈ ਹੋਂਦ ਹੀ ਨਹੀਂ ਹੈ। ਕਿ ਸਾਹ ਸਾਡੀ ਬੇਸਿਕ ਹੋਂਦ ਹੈ। ਸਾਹ ਦੀ ਹਵਾ ਜਿਹੜੀ ਹੈ ਉਹ ਸੂਰਜ ਨਾਲ ਜੁੜੀ ਹੋਈ ਹੈ। ਸੂਰਜ ਤੋਂ ਬਿਨਾਂ ਕੋਈ ਹਵਾ ਨਹੀਂ ਬਣ ਸਕਦੀ। ਸੂਰਜ ਕਿਤੇ ਨਾਲ ਜੁੜਿਆ ਹੋਇਆ ਹੈ। ਸੂਰਜ ਵੀ ਤਾਂ ਕਿਤੇ ਊਰਜਾ ਲੈਂਦਾ ਹੋਏਗਾ। ਇਹ ਤਾਂ ਹੋ ਨਹੀਂ ਸਕਦਾ ਕਿ ਸੂਰਜ ਕਰੋੜਾਂ ਸਾਲ ਤੋਂ ਹੈਗਾ ਅਤੇ ਊਰਜਾ ਦੇ ਹੀ ਜਾ ਰਿਹਾ ਅਤੇ ਉਹਦੇ ਕੋਲ ਊਰਜਾ ਮੁੱਕ ਨਹੀਂ ਰਹੀ। ਇੱਦਾਂ ਤਾਂ ਨਹੀਂ ਹੋਊਗਾ, ਹੋ ਨਹੀਂ ਸਕਦਾ। ਇਹਦਾ ਮਤਲਬ ਸੂਰਜ ਵੀ ਕਿਤੋਂ ਊਰਜਾ ਲੈਂਦਾ, ਕਿੱਥੋਂ ਲੈਂਦਾ? ਜੋ ਸਾਨੂੰ ਹਿਊਜ ਫੀਲਡ ਪਿਆ, ਜਿਹੜਾ ਅੰਤਹੀਨ ਫੀਲਡ ਪਿਆ ਊਰਜਾ ਦਾ, ਉੱਥੋਂ ਊਰਜਾ ਲੈ ਲੈਂਦਾ ਉਹ। ਫਿਰ ਸੂਰਜ ਆਪਣੀ ਸ਼ਕਲ, ਉਹਨੂੰ ਇੱਕ ਸ਼ਕਲ ਦੇ ਕੇ
ਉਹਨੂੰ ਖਾਸ ਸ਼ਕਲ ਦੇ ਕੇ ਫਿਰ ਉਹ ਧਰਤੀਆਂ ਦੇ 'ਤੇ ਭੇਜਦਾ। ਧਰਤੀ ਦੇ ਦਰਖਤ ਨੇ, ਦਰਖਤ ਬਣਾ ਲੈਂਦੇ ਆ, ਹਵਾ ਵੀ ਬਣਾ ਲੈਂਦੇ ਆ, ਭੋਜਨ ਵੀ ਬਣਾ ਲੈਂਦੇ ਆ ਉਸ ਤੋਂ। ਅਤੇ ਉਹਦੇ ਸਿਰ 'ਤੇ ਅਸੀਂ ਜਿਉਂਦੇ ਹਾਂ। ਇਹਦਾ ਮਤਲਬ ਅਸੀਂ ਕਿਹਦੇ ਨਾਲ ਜੁੜੇ ਹੋਏ ਹਾਂ? ਅਸੀਂ ਬ੍ਰਹਿਮੰਡ ਦੀ ਉਸ ਊਰਜਾ ਨਾਲ ਜੁੜੇ ਹੋਏ ਹਾਂ। ਊਰਜਾ ਤੋਂ ਸੂਰਜ, ਸੂਰਜ ਤੋਂ ਪੌਦਿਆਂ 'ਤੇ ਹਵਾ ਬਣਾਉਂਦੇ ਫਿਰ ਤਾਂ ਸਾਹ ਹੁੰਦਾ। ਦੂਜਾ ਹਿੱਸਾ ਉਹਦਾ ਜਿਹੜਾ ਕਿ ਸਾਡਾ ਸਰੀਰ ਚੱਲਦਾ ਹੋਣਾ ਚਾਹੀਦਾ, ਉਹ ਕਾਹਦੇ ਸਿਰ 'ਤੇ ਚੱਲਦਾ? ਗਲੂਕੋਜ਼ ਦੇ ਸਿਰ 'ਤੇ ਚੱਲਦਾ। ਗਲੂਕੋਜ਼ ਕਿੱਥੋਂ ਲੈਂਦੇ ਆ? ਪੌਦਿਆਂ ਤੋਂ ਲੈਂਦੇ ਆ। ਪੌਦੇ ਕਿੱਦਾਂ ਬਣਾਉਂਦੇ ਆ? ਉਹਦੇ ਲਈ ਫਿਰ ਉਹੀ ਸੂਰਜ ਚਾਹੀਦਾ ਭੋਜਨ ਬਣਾਉਣ ਲਈ। ਉਸੇ ਪ੍ਰਕਿਰਿਆ 'ਚ ਜਿਸ ਪ੍ਰਕਿਰਿਆ 'ਚ ਆਕਸੀਜਨ ਬਣਦੀ ਹੈ, ਉਸੇ ਪ੍ਰਕਿਰਿਆ 'ਚ ਭੋਜਨ ਵੀ ਬਣਦਾ। ਤਾਂ ਇਹਦਾ ਮਤਲਬ ਭੋਜਨ ਲਈ ਵੀ ਅਸੀਂ ਉਸੇ ਊਰਜਾ ਦੇ ਉੱਪਰ, ਉਸ ਬ੍ਰਹਿਮੰਡੀ ਊਰਜਾ ਦੇ ਉੱਪਰ ਨਿਰਭਰ ਹਾਂ ਜਿਹੜੀ ਸੂਰਜ ਰਾਹੀਂ ਹੁੰਦੀ ਆਉਂਦੀ ਹੈ। ਉਹਦੇ ਤੋਂ ਬਿਨਾਂ ਸਾਡੀ ਕੋਈ ਹੋਂਦ ਨਹੀਂ। ਇਹਦਾ ਮਤਲਬ ਸਵਾਲ ਇੱਥੇ ਪੈਦਾ ਇਹ ਹੁੰਦਾ ਕਿ ਜਿਹੜੀ ਊਰਜਾ ਸਾਰਿਆਂ ਨੂੰ ਊਰਜਾ ਦੇ ਰਹੀ ਹੈ, ਸੂਰਜ ਨੂੰ ਵੀ ਊਰਜਾ ਦੇ ਰਹੀ ਹੈ, ਉਹ ਵੀ ਤਾਂ ਕਿਤੋਂ ਊਰਜਾ ਲੈਂਦੀ ਹੋਣੀ, ਤੇ ਉਹ ਫਿਰ ਅੱਗੇ ਚੱਲ ਕੇ ਉਹ ਅੰਤਹੀਨ ਹੈ, ਉਹੀ ਫਿਰ ਪਰਮਾਤਮਾ ਹੈਗਾ। ਹਾਂ, ਬਸ ਉਹ ਅੰਤਹੀਨ ਹੈ। ਉਹਦਾ ਨਾ ਕੋਈ ਆਦਿ ਨਾ ਅੰਤ ਹੈ। ਉਹਦੇ ਫਿਰ 40 ਗੁਣ ਪੜ੍ਹੇ ਵਿਗਿਆਨ ਨੇ। ਉਹਦੇ 'ਚ ਜਿਹੜੀ ਬਹੁਤ ਵਧੀਆ ਕੰਟਰੀਬਿਊਸ਼ਨ ਹੈ ਉਹਦੀ ਹੈਗੀ ਹੈ ਜਿਹੜਾ ਮਹਰਸ਼ੀ ਮਹੇਸ਼ ਯੋਗੀ ਨਾਂ ਦਾ ਹੋਇਆ ਸੰਤ ਮੱਧ ਪ੍ਰਦੇਸ਼ ਦਾ ਸੀਗਾ। ਉਹਨੇ ਬਹੁਤ ਕੰਮ ਕੀਤਾ ਐਸੇ 'ਤੇ। ਹੀ ਵਾਜ਼ ਸਾਇੰਟਿਸਟ ਕਮ ਸਪਿਰਿਚੁਅਲ ਪਰਸਨ। ਤਾਂ ਉਸ ਬੰਦੇ ਨੇ ਬਹੁਤ ਕੰਮ ਕੀਤਾ, ਅਮਰੀਕਾ ਚਲਾ ਗਿਆ ਔਰ ਉਹਨੇ ਤੇ ਕੁਆਂਟਮ ਫੀਲਡ 'ਤੇ ਕੰਮ ਕੀਤਾ। ਉਹਨੇ 40 ਗੁਣ ਸਟੱਡੀ ਕੀਤੇ ਫਿਰ ਇਸ ਫੀਲਡ ਦੇ, ਜੋ ਫੀਲਡ ਹੈਗਾ ਸਾਰਾ, ਇਹਦੇ 40 ਗੁਣ ਸਟੱਡੀ ਕੀਤੇ ਉਹਨੇ। ਸਾਇੰਟਿਸਟ ਲਾ ਲਿਆ, ਕੋਈ ਕੈਮਿਸਟਰੀ ਦਾ ਲਾ ਲਿਆ, ਫਿਜ਼ਿਕਸ ਦਾ ਲਾ ਲਿਆ, ਬਾਇਓਲੋਜੀ ਦਾ ਲਾ ਲਿਆ, ਪੂਰਾ ਗਰੁੱਪ ਬਣਾ ਲਿਆ ਉਹਨੇ। ਅਤੇ ਉਹਦੇ ਨਾਲ ਬਹੁਤ ਜ਼ਿਆਦਾ ਲੋਕ ਜੁੜੇ ਹੋਏ ਸੀ। ਉਹਦੇ ਕੋਲ ਪੈਸੇ ਉਹਨੇ ਡੂਟੀਆਂ ਲੈ ਕੇ ਬੜੀਆਂ ਸੰਸਥਾਵਾਂ ਬਣਾ ਲਈਆਂ। ਤਾਂ ਜਿਹੜੇ 40 ਗੁਣ ਪੜ੍ਹੇ ਉਹ ਦੰਗ ਰਹਿ ਗਏ ਆਪ ਹੀ, ਕਿ ਉਹ 40 ਗੁਣ ਉਹੀ ਦੇ ਉਹੀ ਨੇ ਜੋ ਉਪਨਿਸ਼ਦਾਂ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਰਮਾਤਮਾ ਦੇ ਗੁਣ ਨੇ। ਜਿਹੜੇ ਇਸ ਫੀਲਡ ਦੇ ਗੁਣ 40 ਗੁਣ ਨੇ, ਉਹ ਉਹੀ ਗੁਣ ਨੇ ਜੋ ਸਾਡੇ ਰਿਸ਼ੀਆਂ ਮੁਨੀਆਂ ਨੇ, ਗੁਰੂਆਂ ਨੇ ਪਰਮਾਤਮਾ ਦੇ ਗੁਣ ਕਹੇ ਆ। ਹੁਣ ਸਾਨੂੰ ਪਰਮਾਤਮਾ ਕਹਿਣ 'ਚ ਨੂੰ ਕਿਉਂ ਇਤਰਾਜ਼ ਕਰਦੇ ਹਾਂ ਅਸੀਂ? ਸਾਨੂੰ ਤਾਂ ਉਹਨਾਂ ਰਿਸ਼ੀਆਂ ਮੁਨੀਆਂ ਦੇ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਜਿਨ੍ਹਾਂ ਨੇ ਸਾਨੂੰ ਸਾਇੰਸ ਵਿਕਸਿਤ ਹੋਣ ਤੋਂ ਪਹਿਲਾਂ ਹੀ ਸਾਇੰਸ ਪੜ੍ਹਾਤੀ। ਅਸੀਂ ਉਸ ਗੱਲ 'ਤੇ ਸਾਇੰਸ ਦੇ ਪੜ੍ਹਨ ਵਾਲੇ ਲੋਕ ਨੇ ਉਹ 'ਤੇ ਗੁੱਸਾ ਕਰਦੇ ਆ। ਉਹ ਗੁੱਸਾ ਨਾ ਕਰੋ, ਕਿਉਂਕਿ ਉਹਨਾਂ ਨੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੇ ਗਾਂਹ ਜਿਹੜੇ ਚੇਲੇ ਸੀਗੇ, ਫੋਲੋਅਰ ਸੀਗੇ, ਉਹ ਇਹੋ ਜਿਹੇ ਬੇਵਕੂਫ ਨਿਕਲੇ ਕਿ ਉਹਨਾਂ ਨੇ ਉਹਨੂੰ ਹੋਰ ਇੱਕ ਵਲਗਰ ਜਿਹੀ ਸ਼ਕਲ ਦੇ ਦਿੱਤੀ ਵੀ ਜਿਵੇਂ ਕੋਈ ਬੰਦਾ ਹੁੰਦਾ ਰੱਬ ਕੋਈ। ਤਾਂ ਉਹਨਾਂ ਗੁਰੂਆਂ ਦਾ ਕੋਈ ਕਸੂਰ ਨਹੀਂ ਨਾ ਉਹ 'ਚ। ਉਹਨਾਂ ਨੇ ਤੁਹਾਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ, ਜੋ ਉਸ ਵੇਲੇ ਦੀ ਸਮਝ ਸੀਗੀ ਅਤੇ ਜਿੰਨੇ ਕੁ ਉਹਨਾਂ ਕੋਲ ਸਾਧਨ ਸੀਗੇ ਉਹਦੇ ਹਿਸਾਬ ਨਾਲ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਆਹ ਹੁੰਦੀ ਹੈ ਸੱਚ ਆ ਹੁੰਦਾ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਹਿਤਾ ਕਿ ਲੱਖ ਆਕਾਸ਼ਾਂ ਆਕਾਸ਼, ਇਸੇ ਤਰ੍ਹਾਂ ਅਗਰ ਆਪਾਂ ਰਾਮਾਇਣ ਦੇ ਵਿੱਚ ਦੇਖੀਏ ਤਾਂ ਉਹਦੇ 'ਚ ਫਿਰ ਪੁਸ਼ਪਕ ਵਿਮਾਨਾਂ ਦਾ ਵੀ ਜ਼ਿਕਰ ਆਉਂਦਾ, ਜਦ ਕਿ ਵਿਮਾਨ ਜਹਾਜ਼ ਉਹਦਾ ਜਿਹੜਾ ਅਵਿਸ਼ਕਾਰ ਹੈ ਬਹੁਤ ਸਾਲਾਂ ਬਾਅਦ ਹੋਇਆ ਉਸ ਚੀਜ਼ ਦਾ। ਚਲੋ ਇਹ ਗੱਲਾਂ 'ਚ ਆਪਾਂ ਨਾ ਜਾਈਏ। ਇਹ ਪਤਾ ਨਹੀਂ ਮਿੱਥੀਕਲ ਵੀ ਹੋ ਸਕਦੀਆਂ ਨੇ, ਨਹੀਂ ਵੀ ਹੋ ਸਕਦੀਆਂ ਮਿੱਥੀਕਲ। ਇਹ ਤਾਂ ਇੱਕ ਇਤਿਹਾਸ ਦੀ ਗੱਲ ਹੈ ਅਤੇ ਇਹਦੀ ਕੋਈ ਪ੍ਰੂਫ ਨਾ ਇਹਨੂੰ ਡਿਨਾਈ ਕਰ ਸਕਦੇ ਅਤੇ ਨਾ ਉਹਨੂੰ ਆਪਾਂ ਠੀਕ ਕਹਿ ਸਕਦੇ ਹਾਂ। ਸੋ ਇਹਦੇ ਬਾਰੇ ਹੁਣ ਕੋਈ ਪ੍ਰੂਫ ਕੋਈ ਨਹੀਂ ਹੈ, ਸਬੂਤ ਕੋਈ ਨਹੀਂ ਹੈ ਇੱਦਾਂ ਦੇ ਕਿ ਵੀ ਉਸ ਵੇਲੇ ਵਿਮਾਨ ਵੀ ਹੋਣਗੇ। ਪਰ ਗੱਲ ਆਈ ਹੋਈ ਹੈ। ਹਾਂ, ਪਰ ਉਹ ਇਮੈਜੀਨੇਸ਼ਨ ਹੋ ਸਕਦਾ, ਇਮੈਜੀਨੇਸ਼ਨ ਵੀ ਹੋ ਸਕਦੀ ਹੈ। ਜਿਵੇਂ ਪਰਮਾਤਮਾ ਦੀ ਇਮੈਜੀਨੇਸ਼ਨ ਕਰ ਲਈ ਉਹਨੇ ਕਰ ਲੈਣਾ, ਤਾਂ ਉਹਨਾਂ ਨੇ ਇੱਕ ਇੱਦਾਂ ਦੀ ਵੀ ਕਰ ਸਕਦੇ ਵੀ ਇਹ ਵੀ ਸੰਭਵ ਹੋ ਸਕਦਾ ਕੱਲ੍ਹ ਨੂੰ। ਬਿਲਕੁਲ ਸੰਭਵ ਹੋ ਸਕਦਾ। ਚਲੋ ਉਸ ਗੱਲ 'ਚ ਵੀ ਨਾ ਪਈ। ਆਪਾਂ ਜਿਹੜੀ ਰੱਖੀਏ ਕਿ ਪਰਮਾਤਮਾ ਵਿਰਾਟ ਹੈ, ਜਿਹੜਾ ਵਿਰਾਟ ਰੂਪ ਹੈ, ਉਹ ਛੋਟਾ ਜਿਹਾ ਰੂਪ ਵੀ ਉਸੇ ਵਿਰਾਟ ਰੂਪ ਦਾ ਹੀ ਇੱਕ ਰੂਪ ਹੈ। ਐਟਮ ਜਿਹੜੀ ਹੈ, ਐਟਮ ਵੀ ਉਸ ਵਿਰਾਟ ਜਿਹੜੀ ਅੰਤਹੀਨ ਆਕਾਸ਼ ਫੈਲਿਆ ਹੋਇਆ ਊਰਜਾ ਦਾ, ਜਿਹੜਾ ਅੰਤਹੀਨ ਹੈ, ਜਿਹਦਾ ਨਾ ਕੋਈ ਆਦਿ ਨਾ ਅੰਤ ਹੈ, ਜੋ ਅਮਰ ਹੈ, ਅਜ਼ਰ ਹੈ, ਠੀਕ ਹੈ, ਨਾ ਮਰਦਾ ਨਾ ਜੰਮਦਾ। ਤਾਂ ਉਹਦਾ ਇੱਕ ਰੂਪ ਸਾਡੀ ਜਿਹੜੀ ਹੈ ਉਹ ਸਾਡੀ ਐਟਮ ਹੈ, ਜਿਹਦੇ ਅਸੀਂ ਬਣੇ ਹੋਏ ਹਾਂ। ਰੱਬ ਜਿਹੜਾ ਮਨੁੱਖ ਵੀ ਹੈ, ਉਹਦਾ ਇੱਕ ਉਹ ਵਿਕਸਿਤ ਹੁੰਦਾ ਉਸੇ ਚੇਤਨਾ ਨੇ ਇਹਨੂੰ ਇੱਕ ਵਿਕਾਸ ਦੇ ਰਾਹ 'ਤੇ ਪਾਇਆ। ਉਹ ਸੂਖਸ਼ਮ ਜੀਵਾਂ ਤੋਂ ਡਿਵੈਲਪ ਹੁੰਦਾ ਬਾਂਦਰ 'ਚੋਂ ਹੁੰਦਾ ਹੋਇਆ, ਲੰਗੂਰ 'ਚੋਂ ਹੁੰਦਾ ਹੋਇਆ ਇੱਕ ਬੰਦੇ ਦੀ ਸ਼ਕਲ ਲੈ ਗਿਆ। ਤਾਂ ਉਹ ਜਿਹੜਾ ਹੈ ਉਹ ਜਿਹੜਾ ਜਿਹਨੂੰ ਕਹਿੰਦੇ ਐਵੋਲਿਊਸ਼ਨ ਦਾ ਵਿਕਾਸ ਹੈ, ਉਹ ਆਪਣੀ ਥਾਂ 'ਤੇ ਹੈਗਾ। ਤਾਂ ਇਹ ਹੈ ਜੋ ਪਰਮਾਤਮਾ ਦੀ ਸੱਚਾਈ ਹੈ। ਹੁਣ ਇਹ ਤਾਂ ਗੱਲ ਜਿਹੜੀ ਹੈ ਕਿ ਉਪਨਿਸ਼ਦਾਂ ਤੋਂ ਲੈ ਕੇ ਕੁਆਂਟਮ ਫਿਜ਼ਿਕਸ ਦੇ ਜਿਹੜੇ ਸਾਇੰਟਿਸਟ ਨੇ ਉੱਥੋਂ ਤੱਕ ਜਿਨ੍ਹਾਂ ਨੇ ਆ ਕੇ 40 ਗੁਣ ਸਟੱਡੀ ਕਰਕੇ ਕਹਿਤਾ ਕਿ ਇਹ 40 ਗੁਣ ਨੇ। ਇਹ 40 ਗੁਣ ਉਹੀ ਨੇ ਜੋ ਸਾਡੇ ਵੈਦਿਕ ਨੌਲੇਜ ਦੇ ਵਿੱਚ, ਉਪਨਿਸ਼ਦਾਂ ਦੇ ਅੰਦਰ, ਜਾਂ ਬੁੱਧ ਦੇ ਸਿੱਖਿਆਵਾਂ 'ਚ, ਜਾਂ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ 'ਚ ਪਰਮਾਤਮਾ ਦੇ ਗੁਣ ਕਹੇ ਗਏ ਆ। ਸੇਮ ਗੁਣ ਉਹਦੇ ਨੇ। ਉਹ ਅਸਲ 'ਚ ਉਹ ਸੂਰਜਾ ਦੇ ਗੁਣ ਨੇ। ਤੇ ਜੇ ਆਪਾਂ ਕਹੀਏ ਅਦਿੱਖ ਰੂਪ ਦਾ ਪਰਮਾਤਮਾ ਕੌਣ ਹੈ, ਉਹ ਵਿਰਾਟ ਊਰਜਾ ਹੈ। ਉਹਦਾ ਦਿਖਣ ਵਾਲਾ ਰੂਪ ਜਿਹੜਾ ਬਾਕੀ ਅਲੱਗ-ਅਲੱਗ ਚੀਜ਼ਾਂ ਨੇ। ਸੂਰਜ ਤਾਰੇ ਆਪਣੀ ਤਰ੍ਹਾਂ ਦਾ ਦਿਖਣ ਵਾਲਾ ਰੂਪ ਨੇ ਉਹਦਾ, ਠੀਕ ਹੈ। ਹੁਣ ਤੁਸੀਂ ਇਮੈਜਿਨ ਕਰੋ ਵੀ ਇਹ ਸੂਰਜ ਤਾਰੇ ਕਿਵੇਂ ਖੜ੍ਹੇ ਆ ਖਾਲੀ 'ਚ, ਖਲਾ 'ਚ
ਖੜੇ ਆ ਨਾ, ਬਿਲਕੁਲ ਉਹ ਵੱਜੇ ਹੋਏ ਆ। ਕਾਹਦੇ ਨਾਲ ਵੱਜੇ ਹੋਏ ਆ? ਊਰਜਾ ਦਾ। ਕਰੋੜਾਂ ਕਰੋੜ ਤਾਰੇ ਸਾਡੀ ਆਕਾਸ਼ ਗੰਗਾ 'ਚ ਨੇ, ਕਰੋੜਾਂ ਜਿਹੀਆਂ ਆਕਾਸ਼ ਗੰਗਾਵਾਂ ਨੇ, ਉਹ ਆਪਸ ਤੱਕ ਕਦੇ ਟਕਰਾਉਂਦੇ ਨਹੀਂ ਨਾ। ਉਹ ਆਪਣਾ ਚੇਂਜ ਕਰਦੇ ਆ ਕੁਛ, ਠੀਕ ਹੈ, ਫਿਰ ਵੀ ਮੂਵਮੈਂਟ ਹੈਗੀ ਉਹਨਾਂ 'ਚ, ਲੇਕਿਨ ਉਹ ਬੜੇ ਵਿਧੀ ਵਿਧਾਨ ਦੇ ਹਿਸਾਬ ਨਾਲ ਹੈ, ਲਾਜ਼ ਦੇ ਹਿਸਾਬ ਨਾਲ ਉਹ ਆਪਸ 'ਚ ਕੋਈ ਡਿਸਟਰਬੈਂਸ ਨਹੀਂ ਹੁੰਦੀ। ਜੇ ਡਿਸਟਰਬੈਂਸ ਹੁੰਦੀ ਤਾਂ ਉਹਨੂੰ ਕੱਦੀ ਹੋ ਜਾਂਦੀ, ਠੀਕ ਹੈ। ਅਤੇ ਇਹਦਾ ਮਤਲਬ ਹੈ ਉਹਦੇ ਅੰਦਰ ਉਹਨੂੰ ਜੋੜਦਾ ਸਾਰਾ ਕੁਛ ਨੂੰ ਤਾਲਮੇਲ ਬਣਾ ਰਿਹਾ ਹੈ। ਤੁਸੀਂ ਉਹਦੀ ਗ੍ਰੇਟਨੈਸ ਦੇਖੋ, ਉਸ ਚੇਤਨਾ ਦਾ ਰੂਪ ਦੇਖੋ, ਜਿਹਨੂੰ ਕ੍ਰਿਸ਼ਨ ਭਗਵਾਨ ਗੀਤਾ 'ਚ ਵਿਰਾਟ ਰੂਪ ਕਹਿੰਦਾ, ਅਤੇ ਦਿਖਾਉਣ ਦੀ ਕੋਸ਼ਿਸ਼ ਕਰਦਾ ਜਿਹਨੂੰ ਵੀ ਇਹ ਆਹ ਵਿਰਾਟ ਰੂਪ ਹੈ। ਜਦ ਆਪਾਂ ਗੱਲਾਂ ਕਰ ਰਹੇ ਹਾਂ ਤਾਂ ਕ੍ਰਿਸ਼ਨ ਭਗਵਾਨ ਆਪਣੀ ਭਾਸ਼ਾ 'ਚ ਕ੍ਰਿਸ਼ਨ ਅਰਜਨ ਨੂੰ ਸਮਝਾਉਂਦਾ ਕਿ ਇਹ ਵਿਰਾਟ ਰੂਪ ਹੈ, ਤੂੰ ਕਿਹੜੇ ਚੱਕਰ 'ਚ ਪਿਆ ਛੋਟੇ ਮੋਟੇ 'ਚ। ਤਾਂ ਉਹ ਜਿਹੜਾ ਵਿਰਾਟ ਰੂਪ ਹੈ ਉਹਨੂੰ ਦੇਖਣਾ ਅਤੇ ਉਹਨੂੰ ਫਿਰ ਅੱਗੇ ਜੀਵਨ 'ਚ ਅਪਲਾਈ ਕਰਨਾ। ਉਹ ਸਾਡਾ ਜਿਹੜਾ ਉਹ ਜਿਹਨੂੰ ਕਹਿੰਦਾ ਸਾਡਾ ਧਰਮ ਉਹ ਹੋਣਾ, ਉਹ ਹੈ ਸਾਡਾ ਧਰਮ। ਅਸਲ 'ਚ ਧਰਮ ਉਹ ਹੈ। ਅਸੀਂ ਆਪਾਂ ਕਹਿੰਦੇ ਹਾਂ ਵੀ ਸਿੱਖ ਧਰਮ, ਹਿੰਦੂ ਧਰਮ, ਇਹ ਧਰਮ ਨਹੀਂ ਹੈਗੇ, ਇਹ ਤਾਂ ਇੱਕ ਆਸਥਾ ਮੰਨਣ ਦਾ, ਪੂਜਾ ਕਰਨ ਦਾ ਤਰੀਕਾ ਨੇ ਤੁਹਾਡਾ ਅਲੱਗ-ਅਲੱਗ। ਉਹਦੇ ਸਿਰ 'ਤੇ ਤੁਸੀਂ ਆਪਣਾ ਸ਼ੇਪ ਬਣਾ ਲਈ, ਲੇਕਿਨ ਅਸਲ 'ਚ ਧਰਮ ਇੱਕੋ ਹੀ ਹੁੰਦਾ। ਉਹ ਧਰਮ ਕੀ ਹੈ ਕਿ ਇਸ ਵਿਰਾਟ ਸੱਚਾਈ ਨੂੰ ਸਮਝਣਾ ਅਤੇ ਉਸ ਵਿਰਾਟ ਸੱਚਾਈ ਨੂੰ ਆਪਣੇ ਦਿਲ 'ਚ ਵਸਾ ਕੇ, ਸਮਝ ਕੇ ਉਹਨੂੰ ਆਪਣੇ ਜੀਵਨ 'ਚ ਡੇ ਟੂ ਡੇ ਦਿਨਚਰਿਆ 'ਚ ਉਹਨੂੰ ਲਾਗੂ ਕਰਨਾ, ਉਹ 'ਚ ਆਪਣਾ ਜੀਵਨ ਜਿਉਣਾ, ਅਤੇ ਫਿਰ ਆਪਣੇ ਆਲੇ ਦੁਆਲੇ ਸਮਾਜ ਦਾ ਜਿਹੜਾ ਉਹਦੇ 'ਚ ਆਪਣਾ ਰੋਲ ਨਿਭਾਉਣਾ। ਕਿਉਂਕਿ ਜੀਵਨ ਜਿਹੜਾ ਉਹ ਇੱਕ ਰੋਲ ਹੈ। ਜੀਵਨ ਕੋਈ ਹੁਣ ਬਹੁਤ ਵਾਰੀ ਆਪਾਂ ਵੀ ਜੀਵਨ ਦਾ ਕੀ ਮਕਸਦ ਹੈ? ਜੀਵਨ ਆਪਣੇ ਆਪ 'ਚ ਹੀ ਮਕਸਦ ਹੈ, ਕਿਉਂਕਿ ਉਹ ਵਿਰਾਟ ਸੱਚ ਹੈ। ਉਸ ਵਿਰਾਟ ਸੱਚ ਨੇ ਇੱਕ ਲੀਲਾ ਰਚੀ ਹੈ, ਇੱਕ ਬਹੁਤ ਸੁੰਦਰ, ਕਿੰਨੀ ਸੁੰਦਰ ਨੇਚਰ ਹੈ ਉਹਦੇ ਅੰਦਰ, ਕਿੰਨੇ ਸੁੰਦਰ ਜਿਹੜੇ ਨੇ ਸਮਾਜ ਸਿਰਜਿਆ ਗਿਆ। ਸਮਾਜ ਦੇ ਅੰਦਰ ਇੱਕ ਸੁੰਦਰ ਰਿਸ਼ਤੇ ਬਣਾਏ ਸੀ ਆਪਣੇ ਤਜਰਬੇ ਨਾਲ, ਉਹ 'ਚ ਪਰਿਵਾਰ ਨਿਕਲਿਆ, ਪਰਿਵਾਰ ਇੱਕ ਸੁੰਦਰ ਸੰਸਥਾ ਹੈ। ਤਾਂ ਇਹ ਸਾਰੀ ਜਿਹੜੀ ਸੁੰਦਰਤਾ ਹੈ ਜੀਵਨ ਦਾ, ਉਹੀ ਉਦੇਸ਼ ਹੈ ਕਿ ਇਸ ਸਾਰੀ ਸੁੰਦਰਤਾ ਨੂੰ ਸਮਝਣਾ, ਉਹਦੇ ਨਾਲ ਜੁੜ ਕੇ ਰਹਿਣਾ ਅਤੇ ਫਿਰ ਉਹਦੇ 'ਚ ਆਪਣਾ ਰੋਲ ਨਿਭਾਉਣਾ। ਸੋ ਮੈਂ ਸਮਝਦਾ ਇਹ ਜਿਹੜਾ ਸਾਨੂੰ ਹੈਗਾ ਪਰਮਾਤਮਾ ਦਾ ਰੂਪ ਹੈ ਜਿਹੜਾ, ਉਹ ਸਮਝਣਾ ਬਹੁਤ ਜ਼ਰੂਰੀ ਹੈ। ਜੇ ਅਸੀਂ ਇਹਨੂੰ ਨਹੀਂ ਸਮਝਾਂਗੇ ਤਾਂ ਫਿਰ ਅਸੀਂ ਉਲਝੇ ਰਹਾਂਗੇ, ਉਹ ਜਿਹੜੇ ਕਿ ਅਸੀਂ ਉਲਝੇ ਹੋਏ ਹਾਂ। ਅੱਜ ਦਾ ਮਨੁੱਖ ਇੱਦਾਂ ਹੀ ਉਲਝ ਗਿਆ ਕਿ ਉਹ ਇਸ ਸਾਰੇ ਨੂੰ ਜੋੜ ਕੇ ਨਹੀਂ ਦੇਖ ਰਿਹਾ, ਐਜ਼ ਏ ਹੋਲ ਨਹੀਂ ਦੇਖ ਰਿਹਾ, ਤਾਂ ਫਿਰ ਉਹ ਉਲਝ ਜਾਂਦਾ। ਕਦੀ ਹਿੰਦੂ ਮੁਸਲਿਮ ਦੇ ਨਾਂ 'ਤੇ ਲੜ ਪੈਂਦਾ, ਕਦੀ ਕਿਸੇ ਪੋਲੀਟੀਕਲ ਪਾਰਟੀ ਦੇ ਨਾਂ 'ਤੇ ਲੜ ਪੈਂਦਾ, ਕਦੀ ਆਪਸ 'ਚ ਈਰਖਾ, ਕਦੀ ਅਸਲ 'ਚ ਤਾਂ ਅਸਲ 'ਚ ਕੀ ਹੈ, ਜਦੋਂ ਅਸੀਂ ਹੈ ਹੀ ਇੱਕੋ ਹਾਂ, ਪਰਮਾਤਮਾ ਦੇ ਹੀ ਰੂਪ ਆ ਸਾਰੇ, ਤਾਂ ਕਿ ਵੈਰ ਰੋਜ਼ ਜਾਂ ਹੋਰ ਕੁਛ ਵੀ ਨਹੀਂ ਹੈ, ਤਾਂ ਹੈ ਹੀ ਅਸੀਂ ਇੱਕੋ ਹਾਂ। ਅਤੇ ਸਾਡਾ ਤਾਂ ਜਿਹੜਾ ਟੂਗੈਦਰਨੈਸ ਹੈ, ਵੀਨੈਸ ਹੈ, ਉਹ ਅਸਲ 'ਚ ਜਿਹੜੀ ਲਾਅ ਆਫ ਨੇਚਰ ਹੈ ਜਾਂ ਬ੍ਰਹਿਮੰਡ ਦਾ, ਕੋਸਮੋਸ ਦਾ ਨਿਯਮ ਹੈ। ਸੋ ਉਸ ਨਿਯਮ ਨੂੰ ਫੋਲੋ ਕਰਦੇ ਹੋਏ ਅਤੇ ਉਸ ਜਿਹੜੀ ਇਹ ਜੀਵਨ ਹੈ ਇਹਨੂੰ ਹੋਰ ਸੁੰਦਰ ਬਣਾਉਂਦੇ ਹੋਏ, ਹੋਰ ਸੋਹਣਾ ਬਣਾਉਣਾ, ਉਹ 'ਚ ਆਪ ਵੀ ਖੁਸ਼ ਰਹਿਣਾ, ਦੂਜਿਆਂ ਨੂੰ ਖੁਸ਼ ਰੱਖਣਾ, ਜਾਂ ਆਪਣੇ ਫੀਲਡ 'ਚ ਕੰਮ ਕਰਨਾ। ਕੋਈ ਖੇਤੀ ਵਾਲਾ ਤਾਂ ਵਧੀਆ ਖੇਤੀ ਕਰਨੀ, ਕੋਈ ਵਪਾਰ ਕਰਦਾ ਤਾਂ ਵਧੀਆ ਵਪਾਰ ਕਰਨਾ, ਕੋਈ ਹੋਰ ਕੰਮ ਕਰ ਰਿਹਾ ਵਧੀਆ ਕੰਮ ਕਰਨਾ, ਸਿਹਤ ਵਾਲਾ ਸਿਹਤ ਕਰੇ, ਪੜ੍ਹਾਈ ਵਾਲਾ ਪੜ੍ਹਾਈ ਕਰਾਵੇ। ਤਾਂ ਸਾਰੇ ਆਪਣਾ ਰੋਲ ਪਲੇ ਕਰ ਦੇਣਾ, ਲੇਕਿਨ ਨਾਲ ਇਸ ਵਿਰਾਟ ਸੱਚ ਨੂੰ ਸਾਹਮਣੇ ਰੱਖਣਾ। ਉਹ ਡਾਕਟਰ ਸਾਹਿਬ ਇੱਕ ਚੀਜ਼ ਜਿਹੜੀ ਹੈ ਉਹ ਵਿਗਿਆਨ ਦੇ ਵਿੱਚ ਜਿਹੜੀ ਹੈ, ਉਹ ਵਿਗਿਆਨ ਅਤੇ ਧਰਮ, ਇਹ ਦੋਨਾਂ ਦੇ ਵਿਚਕਾਰ ਦੀ ਚੀਜ਼ ਜਿਹੜੀ ਹੈਗੀ ਆ, ਉਹ ਇੱਕ ਅਕਸਰ ਜਿਹੜੀ ਮੇਰੇ ਦਿਮਾਗ 'ਚ ਆਉਂਦੀ ਹੈ ਕਿ ਇੱਕ ਟੈਲੀਪੈਥਿਕ ਮੈਸੇਜ ਹੁੰਦਾ, ਟੈਲੀਪੈਥਿਕ ਮੈਸੇਜ। ਉਹ ਬੰਦਾ ਜੋ ਮੈਂ ਬੜੇ ਬਚਪਨ 'ਚ ਪੜ੍ਹਿਆ ਸੀ, ਕਦੇ ਕਿਸੇ ਕੌਮਿਕਸ 'ਚ ਪੜ੍ਹਿਆ ਸੀਗਾ ਕਿ ਇਨਸਾਨ ਆਪਣੇ ਆਪ ਦੇ ਵਿੱਚ ਇਕੱਲਾਪਨ ਦੇ ਵਿੱਚ ਆ ਕੇ ਬਿਲਕੁਲ ਸਾਰੇ ਪਾਸੋਂ ਧਿਆਨ ਹਟਾ ਕੇ, ਧਿਆਨ ਲਗਾ ਕੇ ਜੇਕਰ ਕਿਸੇ ਨੂੰ ਕੋਈ ਸੰਦੇਸ਼ ਭੇਜਦਾ, ਮਾਨਸਿਕ ਸੰਦੇਸ਼ ਭੇਜਦਾ, ਤਾਂ ਚਾਹੇ ਉਹ ਦੁਨੀਆ ਦੇ ਕਿਸੇ ਕੋਨੇ 'ਚ ਵੀ ਬੈਠਾ ਹੋਵੇ, ਉਹਨੂੰ ਮਿਲ ਜਾਂਦਾ। ਉਹ ਕਿਸੇ ਟਾਈਮ, ਉਸੇ ਟਾਈਮ 5-7 ਮਿੰਟ ਦੇ ਵਿੱਚ ਉਸ ਨੂੰ ਸੁਨੇਹਾ ਮਿਲ ਜਾਂਦਾ। ਅਤੇ ਇਹਨੂੰ ਆਪਾਂ ਪਰਮਾਤਮਾ ਦਾ ਰੂਪ ਹੀ ਕਹਿ ਸਕਦੇ। ਨਹੀਂ ਦੇਖੋ, ਆਪਾਂ ਹੁਣ ਫੋਨ ਸੁਣਦੇ ਹਾਂ, ਅਮਰੀਕਾ 'ਚ ਗੱਲ ਕਰਦੇ ਹਾਂ, ਨਾਲ ਗੱਲ ਹੋ ਜਾਂਦੀ ਨਾ, ਬਿਲਕੁਲ ਕਾਹਦੇ ਰਾਹੀਂ ਹੁੰਦੀ ਉਹ ਊਰਜਾ? ਚਲੋ ਇਹ ਟੈਕਨੀਕ ਹੈਗਾ, ਪਰ ਊਰਜਾ ਬੇਸਿਕਲੀ ਊਰਜਾ ਹੀ ਹੈ ਨਾ। ਬਿਲਕੁਲ ਬੇਸਿਕਲੀ ਤਾਂ ਅਸੀਂ ਕੁਦਰਤ ਦੀ ਊਰਜਾ ਨੂੰ ਯੂਜ਼ ਕਰ ਰਹੇ ਹਾਂ ਨਾ। ਟੈਕਨੀਕ ਤਾਂ ਉਸ ਊਰਜਾ ਨੂੰ ਯੂਜ਼ ਕਰਨ ਦਾ ਇੱਕ ਟੂਲ ਹੈ। ਉਹ ਜਿਹੜਾ ਟੈਕਨੀਕ ਹੈ, ਜਿਹੜੀ ਮਸ਼ੀਨ ਹੈ, ਉਹ ਉਸ ਊਰਜਾ ਨੂੰ ਵਰਤਿਆ ਹੈ ਅਸੀਂ। ਇਹ ਨਹੀਂ ਵੀ ਊਰਜਾ ਪੈਦਾ ਕੀਤੀ ਹੈ, ਊਰਜਾ ਉਹੀ ਹੈ ਜਿਹੜੀਆਂ ਇਲੈਕਟ੍ਰੋਮੈਗਨੈਟਿਕ ਫਰੀਕੁਐਂਸੀਜ਼ ਨੇ, ਵੇਵਜ਼ ਨੇ, ਉਹ ਤਾਂ ਕੁਦਰਤ ਦੇ ਹਾਲ ਜਿਹੜੀ ਹੈਗੀਆਂ ਨੇ। ਉਹਨਾਂ ਵੇਵਜ਼ ਨੂੰ ਅਸੀਂ ਯੂਜ਼ ਕਰਕੇ ਇੱਕ ਇੰਸਟਰੂਮੈਂਟ ਬਣਾ ਲਏ ਕਿ ਅਸੀਂ ਦੂਰ ਤੋਂ ਦੂਰ ਵੀ ਗੱਲ ਕਰ ਸਕਦੇ ਹਾਂ, ਬਿਲਕੁਲ ਸਾਈਮਲਟੇਨਸਲੀ ਕਰ ਸਕਦੇ ਹਾਂ, ਐਂ ਕਰ ਸਕਦੇ ਜਿਵੇਂ ਆਪਾਂ ਕਰ ਰਹੇ ਹਾਂ, ਨਾਲ ਜਿਹੜਾ ਰਿਸਪਾਂਸ ਆਉਂਦਾ। ਅਤੇ ਇੰਨੀ ਦੂਰ ਆਪਾਂ ਬੈਠੇ ਹਾਂ, ਕਾਹਦੇ ਰਾਹੀਂ ਆਉਂਦਾ? ਕਿਤੇ ਉਹ ਕੋਤੇ ਵੱਧ ਤੋਂ ਵੱਧ ਉੱਥੇ ਸੈਟੇਲਾਈਟ ਉਹਦੇ ਤੱਕ, ਟਾਵਰ ਤੱਕ ਜਾਣਾ ਹੁੰਦਾ ਨਾ, ਟਾਵਰ ਤੋਂ ਅੱਗੇ ਸੈਟੇਲਾਈਟ ਨੇ, ਸੈਟੇਲਾਈਟ ਅੱਗੇ ਨੇ, ਤਾਂ ਇੰਨਾ ਕੁਇਕਨੈਸ ਆ। ਸੋ ਇੰਸਟਰੂਮੈਂਟ ਤੋਂ ਲੈ ਕੇ
ਟਾਵਰ ਤੋਂ ਸੈਟਲਾਈਟ ਤਾਂ ਉਹ ਲੇਕਿਨ ਜਿਹੜੀ ਜੋ ਅਸੀਂ ਵਰਤ ਰਹੇ ਹਾਂ ਉਹ ਊਰਜਾ ਨੇਚਰ ਦੀ ਹੋਈ ਹੈ। ਅਤੇ ਨੇਚਰ ਦੀ ਊਰਜਾ ਕਿਉਂ ਆਪਰੇਟ ਨਹੀਂ ਕਰ ਸਕਦੀ ਜੇ ਫੁੱਲ ਕੌਨਸੈਂਟਰੇਸ਼ਨ ਨਾਲ ਕੋਈ ਬੰਦਾ ਕਿਸੇ ਆਪਣੇ ਬਹੁਤ ਹੀ ਨੀਅਰ ਐਂਡ ਡੀਅਰ ਬਾਰੇ ਕੁਛ ਸੋਚ ਰਿਹਾ ਤਾਂ ਉਹਨੂੰ ਵੀ ਫੀਲਿੰਗ ਹੋ ਜਾਏਗੀ। ਇਹ ਬਿਲਕੁਲ ਪੋਸੀਬਲ ਹੈ, ਬਿਲਕੁਲ ਪੋਸੀਬਲ ਹੋ ਜਾਏਗੀ। ਔਰ ਇਸਦਾ ਵੀ ਬਹੁਤ ਇੱਕ ਵਿਜ਼ੀਬਲ ਰੂਪ ਹੈ ਜਿਹੜਾ ਮੈਂ ਅਕਸਰ ਸਾਈਕੋਲੋਜੀ ਸਾਈਕੈਟਰੀ ਵਾਲੇ ਪੇਸ਼ੈਂਟ ਨੂੰ ਕਹਿੰਦਾ ਕਿ ਉਹ ਬਹੁਤ ਸਾਰੇ ਡਿਪਰੈਸ਼ਨ ਵਾਲੇ ਔਰ ਚਿੰਤਾ ਵਾਲੇ ਪੇਸ਼ੈਂਟ ਆਉਂਦੇ ਆ। ਮੈਂ ਉਹਨੂੰ ਅਕਸਰ ਕਹਿੰਦਾ ਕਿ ਤੁਸੀਂ ਜਿਹੜਾ ਵਿਚਾਰ ਤੁਹਾਨੂੰ ਤੰਗ ਕਰ ਰਿਹਾ ਹੋਵੇ, ਕਿਉਂਕਿ ਅਕਸਰ ਇੱਕ ਦਾ ਵਿਚਾਰ ਮੇਰਾ ਤੰਗ ਕਰਦਾ ਹੈ, ਤਾਂ ਉਸ ਵਿਚਾਰ ਦੇ ਉੱਪਰ ਮੈਡੀਟੇਸ਼ਨ ਕਰੋ ਜੇ ਤੁਸੀਂ ਡੇਲੀ ਸੁਬਾਹ ਸ਼ਾਮ, ਤਾਂ ਇੱਕ ਟਾਈਮ ਆਏਗਾ ਹਫ਼ਤੇ ਬਾਅਦ, 10 ਦਿਨ ਬਾਅਦ, 15 ਦਿਨਾਂ ਬਾਅਦ ਕਿ ਨੇਚਰ ਤੁਹਾਡੇ ਮਨ 'ਚ ਫੂਕ ਮਾਰ ਜਾਏਗੀ ਕਿ ਬੇਟਾ ਇਹ ਹੱਲ ਹੈ। ਐਵੇਂ ਕਿਉਂ ਉਲਝ ਰਿਹਾ? ਮੈਂ ਬਹੁਤ ਇੱਕ ਵਾਰੀ ਤਿਆਰ ਕੀਤਾ ਔਰ ਤੁਸੀਂ ਵੀ ਜ਼ਰੂਰ ਕੀਤਾ ਹੋਊਗਾ। ਦੂਜੀ ਗੱਲ, ਬਹੁਤ ਵਾਰੀ ਅਸੀਂ ਸਮਝਦੇ ਹਾਂ, ਜਿਵੇਂ ਫਾਰ ਐਗਜ਼ਾਮਪਲ ਮੈਂ ਕਿਸੇ ਟਾਈਮ 'ਤੇ ਸਮਝਦਾ ਸੀਗਾ, ਮੈਨੂੰ ਗੱਲ ਤਾਂ ਜਿਹੜੀ ਫੂਡ ਵਾਲੀ ਗੱਲ ਬਹੁਤ ਪਹਿਲਾਂ ਸਮਝ ਆ ਗਈ ਸੀ, ਪਰ ਮੈਂ ਬੜਾ ਹੈਲਪਲੈਸ ਫੀਲ ਕਰ ਰਿਹਾ ਸੀ ਵੀ ਗੱਲ ਤਾਂ ਸਮਝ ਆ ਗਈ। ਹੁਣ ਮਰੀਜ਼ ਮੇਰੇ ਕੋਲ ਤਾਂ ਕੋਈ ਪਲੇਟਫਾਰਮ, ਮੈਂ ਤਾਂ ਰਿਟਾਇਰ ਹੋ ਗਿਆ, ਮੇਰੇ ਕੋਲ ਤਾਂ ਕੋਈ ਪਲੇਟਫਾਰਮ ਨਹੀਂ ਹੈ। ਮੈਂ ਕਿਸ ਪਲੇਟਫਾਰਮ 'ਤੇ ਇਹਨੂੰ ਲਿਆ ਕੇ ਆਪਣੇ ਨੌਲੇਜ ਨੂੰ ਕਿਵੇਂ ਲਾਗੂ ਕਰਨਾ, ਕੋਈ ਨਹੀਂ ਸੀ। ਮੈਂ ਹਥਿਆਰ ਸਿੱਟ 'ਤੇ ਸੀਗਾ ਵੀ ਚੱਲ ਹੁਣ ਠੀਕ ਹੈ, ਹੁਣ ਜੇ ਇਸ ਉਮਰ ਸਮਝ ਆਈ ਹੈ, ਲੇਟ ਸਮਝ ਆਈ ਹੈ, ਤਾਂ ਫਿਰ ਉਹਦਾ ਕੁਝ ਨਹੀਂ ਹੋ ਸਕਦਾ। ਹੁਣ ਜਿੰਨਾ ਕੁ ਮਿਲਦਾ ਸੀ, ਤੁਸੀਂ ਮਿਲ ਗਏ, ਮੈਂ ਮਿਲ ਗਿਆ, ਕੋਈ ਦੋਸਤ ਮਿਲ ਗਿਆ, ਉਹਨੂੰ ਸਮਝਾਉਂਦੇ ਸੀਗੇ, ਤਾਂ ਉਹਦੇ ਨਾਲ ਕੋਈ ਗੱਲ, ਕਿਉਂਕਿ ਬਹੁਤ ਥੋੜ੍ਹਾ ਸੀਗਾ ਉਹ ਜਿਹੜਾ ਐਕਸਪੀਰੀਅੰਸ ਸੀਗਾ, ਉਹਦੇ ਉੱਤੇ ਸਿੱਟਾ ਨਹੀਂ ਸੀ ਨਿਕਲਦਾ। ਲੇਕਿਨ ਜਿਹੜਾ ਜੋ ਜਿੱਦਾਂ ਆਪਾਂ ਹੁਣ ਹੋਇਆ, ਆਪਾਂ ਹੁਣ ਜੋ ਦੋਸਤ ਦੇਖ ਰਹੇ ਹਾਂ ਵੀ ਕਿਵੇਂ ਆਪਾਂ ਕੁਦਰਤੀ ਉਹ ਜੋ ਜਾ ਕੇ ਹੈਲਪ ਮੰਗੀ ਲੋਕਾਂ ਨੂੰ ਕਿਹਾ ਕਿ ਅਸੀਂ ਆਹ ਕਰਨਾ ਚਾਹੁੰਦੇ ਹਾਂ, ਤਾਂ ਉਹ ਐਸੇ ਢੰਗ ਨਾਲ ਹੈਲਪ ਆਈ ਕਿ ਇਨਵਿਜ਼ੀਬਲ ਆਈ, ਉਹ ਬਿਲਕੁਲ ਇਨਵਿਜ਼ੀਬਲ ਆਈ। ਔਰ ਹੁਣ ਵੀ ਉਹ ਮੈਨੂੰ ਲੱਗਦਾ ਕਿ ਇਨਵਿਜ਼ੀਬਲ ਹੁੰਦੀ ਹੈ। ਤਾਂ ਜਦੋਂ ਤੁਸੀਂ ਇੱਕ ਸ਼ੁੱਧ ਭਾਵਨਾ ਦੇ ਨਾਲ ਕੋਈ ਕੰਮ ਕਰਦੇ ਹੋ, ਤੁਹਾਡੇ ਅੰਦਰ ਭਾਵਨਾ ਅਗਰ ਸ਼ੁੱਧ ਹੈ, ਤਾਂ ਤੁਹਾਨੂੰ ਨਾਲ ਦੀ ਨਾਲ ਉਹਦੇ ਲਈ ਸਾਧਨ ਜਿਹੜੀ ਹੈ ਕੁਦਰਤ ਦੇ ਦਿੰਦੀ ਹੈ। ਨੋਨ ਮੈਕੈਨਿਜ਼ਮ ਹੈ। ਤੁਹਾਨੂੰ ਸਾਧਨ ਕਿੱਥੋਂ ਆਏਗਾ ਤੁਸੀਂ ਕਦੀ ਖੁਦ ਸੋਚਿਆ ਵੀ ਨਹੀਂ ਹੁੰਦਾ, ਔਰ ਬਿਲਕੁਲ ਅਦਿੱਖ ਥਾਂ ਤੋਂ ਸਾਧਨ ਆ ਜਾਂਦਾ। ਤਾਂ ਇਸ ਕਰਕੇ ਉਹ ਜਿਹਦੀ ਆਪਾਂ ਗੱਲ ਕਰ ਰਹੇ ਸੀਗੇ, ਬ੍ਰਹਿਮੰਡ ਚੇਤਨ ਹੈ। ਚੇਤਨ ਬ੍ਰਹਿਮੰਡ, ਜੇ ਤੁਹਾਡੀ ਚੇਤਨਾ ਵੀ ਉਸੇ ਬ੍ਰਹਿਮੰਡ ਦਾ ਰੂਪ ਹੈ, ਅਤੇ ਜੇ ਤੁਸੀਂ ਉਹਦੇ 'ਚ ਬਹੁਤੀ ਇੰਟਰਫੀਰੈਂਸ ਨਹੀਂ ਹੈ ਤਾਂ ਉਹ ਕਨੈਕਟ ਹੋ ਜਾਂਦੀ ਹੈ ਨਾਲ ਦੀ ਨਾਲ ਹੀ। ਤਾਂ ਬ੍ਰਹਿਮੰਡ ਜਿਹੜਾ, ਉਹ ਕੁਦਰਤ ਜਿਹੜੀ ਹੈ, ਉਹ ਤੁਹਾਡੀ ਹੈਲਪ ਦੇ ਨਾਲ ਦੀ ਨਾਲ ਆ ਜਾਂਦੀ ਹੈ। ਸੋ ਇਸ ਕਰਕੇ ਜਿਹੜੇ ਸਾਡੇ ਗੁਰੂ ਸੀ ਅਕਸਰ ਕਹਿੰਦੇ ਹੁੰਦੇ ਸੀਗੇ ਕਿ ਵੀ ਕਦੀ ਵੀ ਕਰਮ ਕਰੋ, ਜਿਹੜਾ ਕ੍ਰਿਸ਼ਨ ਗੀਤਾ 'ਚ ਵੀ ਹੁੰਦਾ ਕਿ ਕਰਮ ਕਰੋ, ਲੇਕਿਨ ਕਰਮ ਇਹ ਸੋਚ ਕੇ ਨਾ ਕਰੋ ਕਿ ਮੈਂ ਕੀਤਾ। ਹੁਣ ਗੀਤਾ ਜਿਹੜਾ ਵਰਣਨ ਆਉਂਦਾ ਕਿ ਜੇ ਤੁਸੀਂ ਵੱਡੇ ਤੋਂ ਵੱਡਾ ਪੁੰਨ ਕਰ ਰਹੇ ਹੋ, ਅਤੇ ਪੁੰਨ ਕਰਦੇ ਹੋਏ ਤੁਹਾਡੇ ਮਨ 'ਚ ਇਹ ਆ ਗਿਆ ਕਿ ਮੈਂ ਕਰ ਰਿਹਾ, ਤੁਹਾਡਾ ਸਾਰਾ ਪੁੰਨ ਖਤਮ ਆਉਂਦਾ ਨਾ ਗੀਤਾ 'ਚ ਵਰਣਨ। ਇਹਦਾ ਮਤਲਬ ਇਹੀ ਹੈ ਕਿ ਸ਼ੁੱਧ ਭਾਵਨਾ ਨਾਲ ਅਗਰ ਕੋਈ ਤੁਸੀਂ ਕੰਮ ਕਰਦੇ ਹਾਂ, ਲੇਕਿਨ ਉਹਦੇ 'ਚ ਮੈਂ ਨਹੀਂ ਹੈ, ਜਦੋਂ ਮੈਂ ਆ ਜਾਂਦੀ ਹੈ ਤਾਂ ਸ਼ੁੱਧ ਭਾਵਨਾ ਖਤਮ ਹੋ ਜਾਂਦੀ ਹੈ, ਕਿਉਂਕਿ ਮੈਂ ਇਕੱਲਾ ਹੈ ਹੀ ਨਹੀਂ ਹਾਂ, ਮੈਂ ਇੱਕ ਵੱਡੇ ਵਿਰਾਟ ਦਾ ਪਾਰਟ ਹਾਂ, ਅਤੇ ਉਹ ਵਿਰਾਟ ਮੈਥੋਂ ਕਰਵਾ ਰਿਹਾ। ਤਾਂ ਉਹਦੇ ਸਾਡੇ ਗੁਰੂ ਕਹਿੰਦੇ ਹੁੰਦੇ ਸੀ ਨਿਮਿੱਤ ਲਫ਼ਜ਼ ਕਹਿੰਦੇ ਸੀ ਵੀ ਮੈਂ ਪਰਮਾਤਮਾ ਦਾ ਨਿਮਿੱਤ ਹਾਂ, ਮੈਂ ਉਸ ਇਨਵਿਜ਼ੀਬਲ ਦਾ, ਉਸ ਅਦਿੱਖ ਦਾ ਨਿਮਿੱਤ ਹਾਂ। ਅਤੇ ਮੈਨੂੰ ਜਿਵੇਂ ਮੈਸੇਜ ਆਉਂਦਾ ਉਹਦੇ ਕਰੀ ਜਾਂਦਾ। ਜਿਵੇਂ ਗੁਰੂ ਸਾਹਿਬ ਬਾਰੇ ਮਸ਼ਹੂਰ ਹੈ ਨਾ ਵੀ ਮਰਦਾਨੇ ਨੂੰ ਕਹਿੰਦੇ ਸੀ ਮਰਦਾਨੇ ਬਾਣੀ ਆਈ ਹੈ, ਬਾਣੀ ਆਈ ਹੈ ਦਾ ਮਤਲਬ ਕੀ? ਮੈਂ ਨਹੀਂ ਹਾਂ, ਮੈਂ ਨਹੀਂ ਵਿੱਚ, ਮੈਂ ਤਾਂ ਐਵੇਂ ਸਾਧਨ ਹਾਂ, ਬਾਣੀ ਆਈ ਹੈ। ਤਾਂ ਇਹ ਟਰੂ ਹੈ, ਕਿਉਂਕਿ ਉਹ ਸਾਰਾ ਜੋ ਆਪਾਂ ਗੱਲ ਕੀਤੀ ਹੈ ਕਿ ਬ੍ਰਹਿਮੰਡ ਤੋਂ ਲੈ ਕੇ ਕਣ ਤੱਕ ਕੋਈ ਵਿਰਾਟ ਔਰ ਇੱਕ ਇਕਾਈ ਦੇ ਤੌਰ 'ਤੇ ਕੰਮ ਕਰਦਾ। ਸੋ ਉਹ ਇਕਾਈ ਦੇ ਤੌਰ 'ਤੇ ਕੰਮ ਕਰਦਾ ਪੂਰਾ ਬ੍ਰਹਿਮੰਡ। ਫਿਰ ਕੁਦਰਤ, ਧਰਤੀ ਦੀ ਕੁਦਰਤ ਇੱਕ ਇਕਾਈ ਦੇ ਤੌਰ 'ਤੇ ਕੰਮ ਕਰਦੀ ਹੈ, ਉਹਦੇ ਅੰਦਰ ਸਾਰਾ ਇਕੱਲਾ ਜੀਵ, ਅਤੇ ਜਿਵੇਂ ਸਾਡਾ ਸਰੀਰ ਹੈ ਪੂਰੀ ਇਕਾਈ ਦੇ ਤੌਰ 'ਤੇ ਕੰਮ ਕਰਦਾ। ਅਤੇ ਡਾਕਟਰ ਜਦੋਂ ਉਲਝ ਰਹੇ ਆ ਤਾਂ ਉਹ ਇਸ ਕਰਕੇ ਉਲਝ ਰਹੇ ਕਿ ਉਹ ਇਕਾਈ ਨੂੰ ਸਮਝਣ ਦੀ ਬਜਾਏ ਪੁਰਜਿਆਂ ਨੂੰ ਸਮਝ ਰਹੇ ਆ। ਜੇ ਪੁਰਜਿਆਂ ਨੂੰ ਸਮਝਣਾ ਬੰਦ ਕਰਦੀ ਹੈ, ਜਿਵੇਂ ਆਪਾਂ ਕੰਮ ਕਰਨ ਲੱਗੇ ਹਾਂ, ਤਾਂ ਕਿੰਨਾ ਸੌਖਾ ਹੋ ਗਿਆ ਕੰਮ। ਸ਼ੂਗਰ ਦਾ ਇਲਾਜ ਕਿੰਨਾ ਉਲਝਿਆ ਹੋਇਆ, BP ਦਾ ਇਲਾਜ ਕਿੰਨਾ ਉਲਝਿਆ ਹੋਇਆ, ਹਰ ਚੀਜ਼ ਦਾ ਇਲਾਜ। ਜਦੋਂ ਉਸ ਇਕਾਈ ਨੂੰ ਸਮਝ ਕੇ ਕੰਮ ਕਰਦੇ ਹੋ ਅਤੇ ਭੋਜਨ ਠੀਕ ਕਰੋ, ਤਾਂ ਉਹ ਇਕਾਈ ਆਪਣੇ ਆਪ ਅੰਦਰੋਂ, ਕਿਉਂਕਿ ਉਹਦੇ ਅੰਦਰ ਵਨਨੈਸ ਹੈ, ਉਹ ਵਨਨੈਸ ਦੇ ਵਿੱਚ ਜਦੋਂ ਉਹ ਆਪਰੇਟ ਕਰਦੀ ਹੈ, ਤੁਸੀਂ ਜਿਹੜਾ ਨੁਕਸ ਸੀਗਾ ਉਹ ਘਟਾਤਾ, ਅਤੇ ਉਹ ਵਨਨੈਸ ਨੇ ਬਾਕੀ ਗੱਲਾਂ ਆਪੇ ਕਰ ਲੈਣੀਆਂ ਨੇ। ਯਾਨੀ ਇਸੇ ਤਰ੍ਹਾਂ ਜਿਹੜੇ ਬੰਦਾ ਅਲੱਗ-ਅਲੱਗ ਬਿਮਾਰੀਆਂ ਤੋਂ ਪੀੜਿਤ ਹੈ, ਥੱਬਾ ਦਵਾਈਆਂ ਦਾ ਖਾ ਰਿਹਾ, ਅਤੇ ਡਾਕਟਰ ਸਿਰਫ ਉਹਨੂੰ ਅਲੱਗ-ਅਲੱਗ ਬਿਮਾਰੀਆਂ ਦੇ ਇਲਾਜ ਕਰ ਰਹੇ। ਜੇਕਰ ਉਹ ਪੂਰੇ ਸਰੀਰ ਦਾ ਇਲਾਜ ਕਰਨ ਤਾਂ ਫਿਰ ਉਹ ਸਾਰੀਆਂ ਬਿਮਾਰੀਆਂ ਇੱਕੋ ਵਾਰ ਠੀਕ ਹੋ ਜੜ ਇੱਕੋ ਹੀ ਹੈ। ਜਾਂ ਮੈਂ ਤਾਂ ਅਕਸਰ ਕਹਿੰਦਾ ਵੀ ਇਹ ਟਹਿਣੀਆਂ ਪੱਤੇ ਨੇ, ਬਿਮਾਰੀਆਂ ਦੇ ਜਿੰਨੇ ਬਿੱਲੇ ਨੇ ਟਹਿਣੀਆਂ ਪੱਤੇ ਨੇ, ਅੰਦਰ ਜੜ ਇੱਕੋ ਹੀ ਹੈ। ਅਤੇ ਜੜ ਸਾਡੇ ਖਾਣ ਪੀਣ ਰਹਿਣ ਸਹਿਣ 'ਚ ਹੈ, ਕਿਉਂਕਿ ਕੁਦਰਤ ਨੇ ਸਾਨੂੰ, ਅਸੀਂ ਉਸ ਕੁਦਰਤ ਦਾ ਹਿੱਸਾ ਜਿਹਨੇ ਸਾਨੂੰ 125 ਸਾਲ ਲਈ ਜਾਂ 100 ਸਾਲ ਦੇ ਹਿਸਾਬ ਨਾਲ ਬਣਾਇਆ। ਅਤੇ ਕੁਦਰਤ ਪੂਰੀ
ਪੂਰੇ ਵਾਹ ਲਾ ਦਿੰਦੀ ਆਪਣੀ ਵੀ ਮੈਂ ਜਿੰਨੇ ਚਿਰ ਲਈ ਬਣਾਇਆ ਬੰਦਾ ਉੱਥੇ ਪਹੁੰਚੇ। ਜੇ ਆਪਣੀ ਗਲਤੀਆਂ ਕਰ ਵੀ ਰਿਹਾ ਤਾਂ ਵੀ ਪਹੁੰਚੇ ਕਿਸੇ ਨਾ ਕਿਸੇ ਤਰੀਕੇ, ਤੇ ਜੇ ਉਹ ਗਲਤੀਆਂ ਕਰਨੋਂ ਹਟ ਜੇ ਤਾਂ ਫਿਰ ਕੁਦਰਤ ਬਿਲਕੁਲ ਹੀ ਨਾਲ ਹੋ ਜਾਂਦੀ ਹੈ। ਇਹ ਵੀ ਆਪਣੇ ਧਰਮ ਸੇਇੰਗ ਹੈ ਕਿ ਪਰਮਾਤਮਾ ਵੱਲ ਤੁਸੀਂ 1 ਕਦਮ ਵਧਾਓ ਤਾਂ ਪਰਮਾਤਮਾ 10 ਕਦਮ ਤੁਹਾਡੇ ਵੱਲ ਆਉਂਦਾ। ਇਹ ਮਤਲਬ ਦਾ ਹੀ ਹੈ ਕਿ ਪਰਮਾਤਮਾ ਜੇ ਅਸੀਂ ਪਿੱਠ ਕਰ ਲਈ ਤਾਂ ਫਿਰ ਹੁਣ ਕੀ ਕਰੇ ਪਰਮਾਤਮਾ ਵੀ ਕੀ ਕਰੂਗਾ, ਤਾਂ ਹੋਰ ਕੀ ਕਰੂਗਾ। ਜਦੋਂ ਪਰਮਾਤਮਾ ਵੱਲ ਮੂੰਹ ਕਰਦੇ ਹਾਂ ਤਾਂ ਫਿਰ ਉਹ ਨਾਲ ਦੀ ਨਾਲ ਜਿਹੜਾ ਫਲੋ ਹੈ ਉਹ ਸ਼ੁਰੂ ਹੋ ਜਾਂਦਾ। ਤੁਸੀਂ ਪਾਓਗੇ ਕਿ ਮੂਮੈਂਟ ਤੁਸੀਂ ਵਨਨੈਸ 'ਚ ਆਓ, ਮੂਮੈਂਟ ਤੁਸੀਂ ਹੋਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤਾਂ ਉਹ ਹੋਲ ਤੁਹਾਨੂੰ ਬਹੁਤ ਕੁਝ ਸਮਝਾ ਦਿੰਦਾ। ਤਾਂ ਇਹੀ ਬੇਨਤੀ ਹੈ ਮੇਰੀ ਸਾਰੇ ਦੋਸਤਾਂ ਨੂੰ, ਸਰੋਤਿਆਂ ਨੂੰ, ਕਿ ਹੋਲ ਨੂੰ ਸਮਝੀਏ, ਪੂਰਨ ਨੂੰ ਸਮਝੀਏ, ਉਸ ਪਰਮਾਤਮਾ ਨੂੰ ਸਮਝੀਏ, ਫਿਰ ਨੇਚਰ ਨੂੰ ਸਮਝੀਏ, ਫਿਰ ਪੂਰੀ ਬਾਡੀ ਨੂੰ ਸਮਝੀਏ ਐਜ਼ ਏ ਹੋਲ। ਅਤੇ ਉਹਦੇ ਵਿੱਚ ਫਿਰ ਜਿਹੜੇ ਪਾਰਟਸ ਨੇ ਉਹ ਕੰਮ ਕਰਦੇ ਆ ਹਾਂ, ਉਹ ਹੁੰਦੇ ਚਲੇ ਜਾਂਦੇ ਆ। ਅਤੇ ਜੇ ਇਸ ਸਾਇੰਸ ਨੂੰ ਆਪਾਂ ਵਿਚਰਾਂਗੇ ਤਾਂ ਕੋਈ ਵਿਰੋਧ ਨਹੀਂ ਹੈ ਧਰਮ ਦੇ ਵਿੱਚ ਅਤੇ ਸਾਇੰਸ ਦੇ ਵਿੱਚ। ਪਰਮਾਤਮਾ ਜਿਹੜਾ ਉਹ ਪੂਰਾ ਇੱਕ ਸਾਇੰਟੀਫਿਕ ਸੱਚਾਈ ਹੈ। ਉਹਨੂੰ ਸ਼ਬਦ ਪਰਮਾਤਮਾ ਕੋਈ ਨਹੀਂ ਵਰਤਣਾ ਚਾਹੁੰਦਾ ਤਾਂ ਉਹਦੀ ਮਰਜ਼ੀ ਹੈ, ਤਾਂ ਵੀ ਕੋਈ ਇਤਰਾਜ਼ ਨਹੀਂ। ਪਰਮਾਤਮਾ ਨੂੰ ਵੀ ਕੋਈ ਇਤਰਾਜ਼ ਨਹੀਂ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਉਹਨੂੰ ਕੁਆਂਟਮ ਫਿਜ਼ਿਕਸ ਨਾਲ ਕੁਆਂਟਮ ਫਿਜ਼ਿਕਸ ਗੱਲ ਵੇ, ਸਾਨੂੰ ਕੀ ਇਤਰਾਜ਼ ਹੈ? ਲੇਕਿਨ ਸੱਚ ਉਹੀ ਹੈ, ਸੱਚ ਉਹੀ ਹੈ, ਉਹੀ ਸੱਚ ਹੈ ਜੋ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਦੱਸਿਆ, ਜੋ ਮਹਾਤਮਾ ਬੁੱਧ ਨੇ ਆਪਣੇ ਢੰਗ ਨਾਲ ਦੱਸਿਆ, ਜੋ ਗੁਰੂਆਂ ਨੇ ਆਪਣੇ ਢੰਗ ਨਾਲ ਦੱਸਿਆ, ਅਤੇ ਹੁਣ ਕੁਆਂਟਮ ਫਿਜ਼ਿਕਸ ਆਪਣੇ ਢੰਗ ਨਾਲ ਦੱਸ ਰਹੀ ਹੈ। ਢੰਗ ਅਲੱਗ-ਅਲੱਗ ਨੇ, ਸੱਚ ਉਹੀ ਹੈ। ਇੱਥੇ ਇੱਕ ਚੀਜ਼ ਜਿਹੜੀ ਦੇਖਣ 'ਚ ਆਈ ਹੈ ਕਿ ਅਕਸਰ ਮੈਂ ਇੱਥੇ ਕੰਕਲੂਡ ਕਰਾਂਗਾ ਕਿ ਅਕਸਰ ਜਿਹੜਾ ਦੇਖਣ 'ਚ ਆਉਂਦਾ ਵੀ ਜਿਹੜੀਆਂ ਚੀਜ਼ਾਂ ਤੋਂ ਸਾਨੂੰ ਬਹੁਤ ਜ਼ਿਆਦਾ ਡਰ ਲੱਗਦਾ ਅਤੇ ਜਿਹੜੀਆਂ ਚੀਜ਼ਾਂ ਤੋਂ ਸਾਨੂੰ ਬਹੁਤ ਜ਼ਿਆਦਾ ਆਸ ਹੁੰਦੀ ਹੈ, ਜਿਹਦੇ 'ਚੋਂ ਸਾਨੂੰ ਕੁਝ ਮਿਲ ਰਿਹਾ ਹੁੰਦਾ, ਉਹਨਾਂ ਨੂੰ ਅਸੀਂ ਰੱਬ ਮੰਨ ਕੇ ਬਹਿ ਜਾਂਦੇ ਹਾਂ। ਅਤੇ ਉਹ ਚੀਜ਼ਾਂ ਜਿਹੜੀਆਂ ਨੇ ਜੇਕਰ ਤੁਹਾਡੇ ਮੁਤਾਬਕ ਜਿਹੜੀ ਆਪਾਂ ਜੇ ਪੂਰੇ ਇੱਕ ਰੂਪ ਨੂੰ ਸਮਝੀਏ ਤਾਂ ਫਿਰ ਇਹ ਚੀਜ਼ਾਂ ਦੇ ਵਿੱਚੋਂ ਆਪਾਂ ਨਿਕਲ ਕੇ ਕਿਤੇ ਅੱਗੇ ਨਿਕਲ ਜਾਵਾਂਗੇ ਅਤੇ ਸਾਨੂੰ ਸਾਡੇ ਜਿਹੜੇ ਦੁੱਖ ਨੇ, ਸਾਨੂੰ ਜਿਹੜੀਆਂ ਤਕਲੀਫਾਂ ਨੇ, ਉਹਨਾਂ ਦੇ ਵਿੱਚੋਂ ਮਿੰਟਾਂ ਸਕਿੰਟਾਂ ਦੇ ਵਿੱਚ ਸਾਨੂੰ ਰਾਹਤ ਮਿਲ ਜਾਏਗੀ। ਬਿਲਕੁਲ ਇਹੀ ਹੈ। ਬਿਲਕੁਲ ਮੈਂ ਤਾਂ ਵੀਨੈਸ ਅਤੇ ਵੀਨੈਸ ਤੋਂ ਅੱਗੇ ਸਾਰਾ ਬ੍ਰਹਿਮੰਡ। ਤਾਂ ਜੋ ਉਸ ਮੈਂ ਨੂੰ ਅਗਰ ਮਾਈਨਸ ਕਰ ਦਈਏ ਆਪਾਂ ਤਾਂ ਬਹੁਤ ਸਾਰੀਆਂ ਕਿ ਸਾਰੀਆਂ ਹੀ ਲਗਭਗ ਜਿਹੜੇ ਭੈੜ ਨੇ ਜਿਹੜੇ ਸਾਨੂੰ ਵਾਲੇ ਦਿਸ ਰਹੇ ਆ, ਉਹ ਇੱਥੇ ਨੇ ਕਿ ਅਸੀਂ ਆਪਣੇ ਆਪ ਨੂੰ ਅੱਡ ਸਮਝ ਰਹੇ ਹਾਂ। ਕੁਛ ਉਹ ਅੱਡ ਨਹੀਂ ਹਾਂ, ਅਸੀਂ ਮੈਂ ਹਾਂ, ਫਿਰ ਵੀਨੈਸ ਹੈ, ਮੇਰੀ ਫੈਮਿਲੀ ਹੈ, ਫਿਰ ਮੇਰਾ ਸਮਾਜ ਹੈ, ਫਿਰ ਮੇਰੀ ਸੂਬਾ ਹੈ, ਮੇਰਾ ਕੰਟਰੀ ਹੈ, ਫਿਰ ਪੂਰੀ ਨੇਚਰ ਹੈ, ਫਿਰ ਪੂਰਾ ਬ੍ਰਹਿਮੰਡ ਹੈ, ਅਤੇ ਫਿਰ ਉਹ ਵਿਰਾਟ ਰੂਪ ਹੈ। ਤਾਂ ਇੱਕੋ ਹੀ ਕੁਛ ਹੈ, ਇੱਕ ਇਕਾਈ ਦੇ ਤੌਰ 'ਤੇ ਕੰਮ ਕਰਦਾ। ਅਤੇ ਮੈਨੂੰ ਕੀ ਚਿੰਤਾ, ਉਸ ਇਕਾਈ ਦਾ ਮੈਂ ਵੀ ਹਿੱਸਾ। ਉਹ ਇਕਾਈ ਆਪਣੇ ਆਨੰਦ 'ਚ ਹੈ, ਉਹ ਆਨੰਦ 'ਚ ਚੱਲ ਰਹੀ ਹੈ, ਮੈਂ ਵੀ ਆਪਣੇ ਆਨੰਦ 'ਚ ਚੱਲ ਰਿਹਾ। ਤਾਂ ਇਸ ਆਨੰਦ ਦਾ ਹਿੱਸਾ ਜੇ ਅਸੀਂ ਬਣ ਜਾਵਾਂਗੇ ਤਾਂ ਸਾਨੂੰ ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ ਹੈ। ਤਾਂ ਨਹੀਂ ਤਾਂ ਜੇ ਆਪਾਂ ਉਹਦੇ ਨਾਲ ਟੁੱਟ ਜਾਵਾਂਗੇ, ਮੈਂ 'ਚ ਆ ਜਾਵਾਂਗੇ, ਤਾਂ ਫਿਰ ਸਾਰਾ ਕੁਝ ਸਮੱਸਿਆਵਾਂ ਨੇ। ਹਰ ਚੀਜ਼ ਫਿਰ ਉਹ ਹਰ ਚੀਜ਼ ਜਿਹੜੀ ਡਿਪਰੈਸ਼ਨ ਬਣ ਜਾਏਗੀ ਜਾਂ ਚਿੰਤਾ ਬਣ ਜਾਏਗੀ। ਸੋ ਉਸ ਸੱਚਾਈ ਨੂੰ, ਉਸ ਵਿਰਾਟ ਰੂਪ ਤੋਂ ਲੈ ਕੇ ਜਿਹੜੇ ਪੂਰੇ ਦਾ ਪੂਰਾ ਜਿਹੜਾ ਸੱਚ ਹੈ ਉਹਨੂੰ ਆਪਾਂ ਸਮਝ ਕੇ ਚੱਲਾਂਗੇ ਤਾਂ ਵਿਗਿਆਨ ਜਿਹੜਾ ਉਹ ਧਰਮ ਵੀ ਹੈ ਨਾ, ਰੱਬ ਜਿਹੜਾ ਧਰਮ ਵੀ ਹੈ ਤਾਂ ਰੱਬ ਵਿਗਿਆਨ ਵੀ ਹੈ। ਇਸ ਕਰਕੇ ਕੋਈ ਵੈਰ ਵਿਰੋਧ ਨਹੀਂ ਹੈ। ਸੋ ਉਸ ਸੱਚ 'ਚ ਉਸ ਸੱਚ ਨੂੰ ਪਛਾਣਦੇ ਹੋਏ ਉਸ ਜਿਹੜਾ ਸਾਡਾ ਰੂਪ ਹੈ, ਰੱਬ ਦਾ ਹੀ ਅਸੀਂ ਰੂਪ ਹਾਂ, ਅਸੀਂ ਵੀ ਰੱਬ ਹਾਂ। ਤਾਂ ਇਸ ਕਰਕੇ ਉਸ ਸੱਚ ਨੂੰ ਅਸੀਂ ਅਗਰ ਪਛਾਣ ਕੇ ਜਿਉਂ ਕੇ ਅਸੀਂ ਆਪਣੇ ਜੀਵਨ ਦਾ ਹਿੱਸਾ ਬਣਾਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਸਮੱਸਿਆ ਦਾ ਕੋਈ ਸਾਡੇ ਹੱਲ ਨਹੀਂ ਕਰ ਸਕਾਂਗੇ। ਸਮੱਸਿਆਵਾਂ ਜਿਹੜੀਆਂ ਨੇ ਬਹੁਤ ਛੋਟੀਆਂ ਚੀਜ਼ ਨੇ, ਜਿਹੜਾ ਵਿਰਾਟ ਹੈ ਉਹ ਬੜਾ ਪਾਵਰਫੁਲ ਹੈ, ਬੜਾ ਸ਼ਕਤੀਸ਼ਾਲੀ ਹੈ, ਅਤੇ ਜੇ ਅਸੀਂ ਉਹਦੇ ਨਾਲ ਜੁੜ ਜਾਵਾਂਗੇ ਤਾਂ ਕੋਈ ਸਮੱਸਿਆ ਵੱਡੀ ਨਹੀਂ ਹੈ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਅੱਜ ਇੱਕ ਅਜਿਹੇ ਵਿਸ਼ੇ ਨੂੰ ਛੋਹਿਆ, ਇੱਕ ਅਜਿਹੇ ਵਿਸ਼ੇ ਦੇ ਸਾਨੂੰ ਜਾਣਕਾਰੀ ਦਿੱਤੀ ਹੈ, ਇੱਕ ਅਜਿਹੇ ਵਿਸ਼ੇ ਦੇ ਅਸੀਂ ਵਿਚਾਰ ਚਰਚਾ ਕੀਤੀ ਹੈ, ਜਿਹੜਾ ਕਿ ਵਿਸ਼ਾ ਸਾਨੂੰ ਅੰਤਰ-ਆਤਮਾ ਨੂੰ ਪਤਾ ਤਾਂ ਹੁੰਦਾ ਪਰ ਅਸੀਂ ਉਸ ਨੂੰ ਮੰਨਣ ਨੂੰ ਤਿਆਰ ਨਹੀਂ। ਮੰਨਣ ਨੂੰ ਇਸ ਕਰਕੇ ਤਿਆਰ ਨਹੀਂ ਕਿਉਂਕਿ ਸਾਨੂੰ ਜਿਸ ਤਰ੍ਹਾਂ ਦੀਆਂ ਸਿੱਖਿਆਵਾਂ ਹੁਣ ਤੋਂ ਮਿਲਦੀਆਂ ਆਈਆਂ ਨੇ ਕਿ ਅੱਡ-ਅੱਡ ਕਰਕੇ ਅਸੀਂ ਸਾਰੀਆਂ ਚੀਜ਼ਾਂ ਨੂੰ ਦੇਖਣਾ, ਚਾਹੇ ਤੁਸੀਂ ਉਹਨੂੰ ਜਾਤੀਵਾਦ, ਧਰਮ, ਖੇਤਰਵਾਦ, ਅਲੱਗ-ਅਲੱਗ ਚੀਜ਼ਾਂ ਨੂੰ ਅਸੀਂ ਅਲੱਗ-ਅਲੱਗ ਤਰੀਕੇ ਨਾਲ ਦੇਖਦੇ ਆਏ ਹਾਂ। ਡਾਕਟਰਾਂ ਦੀ ਲੈ ਲਈਏ ਤਾਂ ਉਹ ਹਰ ਇੱਕ ਪੁਰਜੇ ਦਾ ਅਲੱਗ-ਅਲੱਗ ਵੱਖਰਾ ਇਲਾਜ, ਹਰ ਇੱਕ ਪੁਰਜੇ ਦਾ ਜਿਹੜਾ ਉਹ ਵੱਖਰੇ ਜਿਹੜੇ ਉਹਦੇ 'ਚ ਮਾਹਰ ਬੈਠੇ ਨੇ। ਜਦੋਂ ਇੱਕ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਵਰਗੇ ਜਿਹੜੇ ਲੋਕ ਨੇ, ਉਹ ਇੱਕ ਸਰੀਰ ਨੂੰ ਇੱਕ ਰੂਪ ਸਮਝ ਕੇ ਜਦੋਂ ਉਸ ਚੀਜ਼ ਦਾ ਇਲਾਜ ਕਰਨਾ ਸ਼ੁਰੂ ਕਰਦੇ ਨੇ ਤਾਂ ਫਿਰ ਸਰੀਰ ਦੇ ਵਿੱਚ ਨਾ ਤਾਂ ਕੋਈ ਬਿਮਾਰੀ ਰਹਿੰਦੀ ਹੈ ਅਤੇ ਨਾ ਹੀ ਜਿਹੜੀ ਮਾਨਸਿਕ ਜਿਹੜੀ ਹੈ ਕੋਈ ਪਰੇਸ਼ਾਨੀ ਰਹਿੰਦੀ ਹੈ। ਇਸੇ ਤਰ੍ਹਾਂ ਵਿਗਿਆਨ ਅਤੇ ਰੱਬ ਜਦੋਂ ਇੱਕ ਸਮਝ ਕੇ ਆਪਾਂ ਇਹਨੂੰ ਚੱਲਾਂਗੇ ਤਾਂ ਉਦੋਂ ਸਾਰਾ ਦਾ ਸਾਰਾ ਸਿਸਟਮ ਜਿਹੜਾ ਉਹ ਇੱਕ ਹੋ ਜਾਏਗਾ ਅਤੇ ਇੱਕ ਨੂੰ ਜਿਹੜਾ ਉਹ ਤੋੜਨਾ, ਇੱਕ ਨੂੰ ਜਿਹੜਾ ਉਹ ਖਰਾਬ ਕਰਨਾ, ਇੱਕ ਨੂੰ ਜਿਹੜਾ ਉਹ ਉਸ ਤੋਂ ਅੱਡ ਹੋ ਕੇ ਸੋਚਣਾ ਜਿਹੜਾ ਉਹ ਬਿਲਕੁਲ ਵੱਖਰੀ ਕਿਸਮ ਦੀ ਚੀਜ਼ ਹੋ ਜਾਏਗੀ। ਉਸ ਨੂੰ ਨਾ ਕੋਈ ਸੋਚਿਆ ਜਾ ਸਕਦਾ ਅਤੇ ਨਾ ਹੀ ਉਸ ਨੂੰ ਜਿਹੜਾ ਕਦੇ ਖਰਾਬ ਕੀਤਾ ਜਾ ਸਕਦਾ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਸਾਡੀ ਇਸ ਵੀਡੀਓ ਨੂੰ ਲਾਈਕ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ
ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।